ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਅਸੀਂ ਸ਼ੁੱਕਰਵਾਰ ਨੂੰ ਗੁਰਬਾਣੀ, ਉਚਾਰਨ, ਸੰਥਿਆ, ਵਿਆਕਰਨ ਇਹ ਕਲਾਸ ਪਰਮਾਨੈਂਟ ਚਲਾ ਰਹੇ ਹਾਂ। ਪਿਛਲੇ ਹਫ਼ਤੇ ਤੋਂ ਮੇਰੇ ਵੀਰ ਅੰਮ੍ਰਿਤਪਾਲ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣਾ ਤੇ UK ਇੰਗਲੈਂਡ ਆਪ ਜੀ ਦੇ ਨਾਲ ਸਵਈਏ ਮਹੱਲੇ ਪਹਿਲੇ ਕਿ ਜਿਹਨਾਂ ਨੂੰ ਅਸੀਂ ਭੱਟਾਂ ਦੇ ਸਵਈਏ ਕਹਿੰਦੇ ਹਾਂ, ਉਹਨਾਂ ਦੀ ਸੰਥਿਆ ਸਾਨੂੰ ਸ਼ੁਰੂ ਕਰਾਈ ਸੀ। तो मैं ਗਿਆਨੀ ਜੀ ਨੂੰ, ਗਿਆਨੀ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਅਗਲੇ 7ਵੇਂ ਸਵਈਏ ਤੋਂ ਸਾਨੂੰ ਸੰਥਿਆ ਸ਼ੁਰੂ ਕਰਾਉਣ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੇ ਹੀ ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਦੇ ਗੁਰਮੁਖ ਪਿਆਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਦੇ ਵਿੱਚ ਭੱਟ ਕਲਸਹਾਰ ਜੀ ਨੇ 10 ਸਵਈਏ ਉਚਾਰਨ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਅੱਜ 7ਵੇਂ ਸਵਈਏ ਤੋਂ ਵਿਚਾਰ ਆਰੰਭ ਹੈ। ਇਹ ਸੁਭਾਵਕ ਹੈ ਕਿ ਜਿਹੋ ਜੇ ਕੋਈ ਸਮਾਜ ਵਿੱਚ, ਜਿਹੋ ਜਿਹੇ ਮਾਹੌਲ ਦੇ ਵਿੱਚ ਕੋਈ ਵਿਚਰਦਾ ਹੈਗਾ ਵੈ, ਉਸੇ ਸਮਾਜ ਤੇ ਮਾਹੌਲ ਦੇ ਵਿੱਚੋਂ ਹੀ ਉਹ ਉਦਾਹਰਨਾਂ ਲੈ ਕੇ ਦੂਸਰਿਆਂ ਨੂੰ ਸਮਝਾਉਂਦਾ ਹੈਗਾ। ਸੁਭਾਵਕ ਹੈ ਔਰ ਨੈਚੁਰਲ ਹੈਗਾ ਇਹ। ਇਸੇ ਤਰ੍ਹਾਂ ਹੀ ਜਦੋਂ ਭੱਟਾਂ ਨੇ ਗੁਰੂ ਸਾਹਿਬ ਦੀ ਸਿਫਤ ਕੀਤੀ ਤੇ ਸਿਫਤ ਕਰਦਿਆਂ ਉਹੀ ਸ਼ਬਦਾਵਲੀ ਵਰਤੀ ਜਿਹੜੀ ਉਹਨਾਂ ਦੇ ਕੋਲ ਸੀ ਜਾਂ ਜਿਨ੍ਹਾਂ ਨਾਲ ਉਹਨਾਂ ਦਾ ਹਮੇਸ਼ਾ ਵਾਹ ਪੈਂਦਾ ਸੀ। ਉਸੇ ਸ਼ਬਦਾਵਲੀ ਨੂੰ ਵਰਤ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿਫਤ ਗਾਈ। ਮੰਨੋ ਜਿਵੇਂ ਕੋਈ ਜ਼ਿਮੀਂਦਾਰ ਕਿਸਾਨ ਹੋਵੇ ਤੇ ਉਹ ਕੀ ਕਰਦਾ, ਜਦੋਂ ਉਦਾਹਰਨ ਦੇਗਾ ਆਪਣੀ ਖੇਤੀਬਾੜੀ ਦੀ ਉਦਾਹਰਨ ਦੇਗਾ। ਦੁਕਾਨਦਾਰੀ ਕਰਨ ਵਾਲਾ ਆਪਣੇ ਦੁਕਾਨ ਸੌਦੇ ਸਮਾਨ ਦੀ ਹੀ ਉਹ ਉਦਾਹਰਨ ਦੇਗਾ। ਇਸੇ ਤਰ੍ਹਾਂ ਹੀ ਜੇ ਕੋਈ ਹੋਰ ਕਰਮ ਕਰਨ ਵਾਲਾ ਹੈ, ਡਰਾਈਵਰ ਜਿਹੜਾ ਉਦਾਹਰਨ ਦੇਗਾ ਆਪਣੀ ਡਰਾਈਵਰੀ ਦੀ ਉਦਾਹਰਨ ਦੇਗਾ। ਜਿਹੋ ਜਿਹੇ ਮਾਹੌਲ ਵਿੱਚ ਕੋਈ ਵਸਦਾ ਹੁੰਦਾ ਹੈ ਉਹੋ ਜਿਹੀ ਉਹ ਉਦਾਹਰਨਾਂ ਦਿੰਦਾ ਵੈ। ਜਦੋਂ ਭੱਟਾਂ ਨੇ ਗੁਰੂ ਸਾਹਿਬਾਨਾਂ ਦੀ ਸਿਫਤ ਕੀਤੀ, ਕਿਉਂਕਿ ਬ੍ਰਾਹਮਣ ਹੈਗੇ ਨੇ ਔਰ 11 ਦੇ 11 ਭੱਟ ਬ੍ਰਾਹਮਣ ਨੇ, ਉਹਨਾਂ ਸਾਰਿਆਂ ਦਾ ਸੰਬੰਧ ਸਨਾਤਨ ਮਤ ਦੇ ਨਾਲ ਹੈ। ਉਹਨਾਂ ਨੇ ਸਾਰੀ ਜ਼ਿੰਦਗੀ ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਉਪਨਿਸ਼ਦਾਂ ਪੜ੍ਹੀਆਂ, ਕੁਰਾਨ ਪੜ੍ਹੇ ਤੇ ਨਾਲ ਉਹਨਾਂ ਨੇ ਹੋਰ ਆਪਣੇ ਸਾਰੇ ਧਾਰਮਿਕ ਗ੍ਰੰਥ ਪੜ੍ਹੇ। ਉਹਨਾਂ ਦੇ ਵਿੱਚ ਅਵਤਾਰਵਾਦ, ਦੇਵੀ ਦੇਵਤੇ, ਉਹਨਾਂ ਦੇ ਰਿਸ਼ੀ ਮੁਨੀ, ਇਹਨਾਂ ਸਾਰਿਆਂ ਦਾ ਜ਼ਿਕਰ ਆਉਂਦਾ ਰਿਹਾ। ਜਿਹਦੇ ਕਰਕੇ ਜਦੋਂ ਉਹਨਾਂ ਨੇ ਗੁਰੂ ਨਾਨਕ ਦੇ ਘਰ ਨੂੰ ਆ ਕੇ ਦੇਖਿਆ, ਗੁਰੂ ਨਾਨਕ ਦੇ ਘਰ ਦੀ ਸ਼ੋਭਾ ਸੁਣੀ, ਗੁਰੂ ਨਾਨਕ ਦੇ ਘਰ ਦੇ ਸਿਧਾਂਤਾਂ ਨੂੰ ਸੁਣਿਆ, ਗੁਰੂ ਨਾਨਕ ਦੇ ਘਰ ਦੇ ਸਿਧਾਂਤਾਂ ਨੂੰ ਸੁਣ ਕੇ ਉਹ ਇੱਕਦਮ ਹੱਕੇ ਬੱਕੇ ਰਹਿ ਗਏ, ਹੈਰਾਨ ਰਹਿ ਗਏ ਕਿ ਅੱਜ ਤੱਕ ਅਸੀਂ ਕੱਚ ਵੀ ਹਾਸਦੇ ਰਹੇ ਹਾਂ, ਸੱਚ ਤੇ ਇੱਥੇ ਹੈ। ਉਹਨਾਂ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਭਟਕ ਭਟਕ ਕੇ ਆਏ, ਜਦੋਂ ਗੁਰੂ ਨਾਨਕ ਦੇ ਦਰ ਤੇ ਆਏ, ਇੱਥੇ ਆ ਕੇ ਪਤਾ ਲੱਗਿਆ ਰਹਿਓ ਸੰਤ ਹੋਂ ਟੋਲ, ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ। ਅਸੀਂ ਬੜੇ ਸੰਤ ਸਾਧ ਟੋਲ ਕੇ ਦੇਖੇ, ਬੜੇ ਸੰਨਿਆਸੀਆਂ ਨੂੰ ਮਿਲੇ, ਬੜੇ ਜੋਗੀਆਂ ਨੂੰ ਮਿਲੇ, ਬੜੇ ਜੈਨੀਆਂ ਨੂੰ ਮਿਲੇ, ਅਸੀਂ ਸਾਰਿਆਂ ਨੂੰ ਮਿਲ ਕੇ ਦੇਖਿਆ, ਪਰ ਨਤੀਜਾ ਕੀ ਨਿਕਲਿਆ? 1 ਸਾਲ ਭਟਕਦੇ ਰਹੇ ਔਰ ਭਟਕਣ ਤੋਂ ਬਾਅਦ ਆਖਰ ਗੁਰੂ ਨਾਨਕ ਦੇ ਅਸੀਂ ਦਰ ਤੇ ਆ ਗਏ। ਰਹਿਓ ਸੰਤ ਹੋਂ ਟੋਲ, ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜ਼ਬਾਨ ਤੇ ਬੜੇ ਮਿੱਠੇ ਸਨ, ਗੱਲਾਂ ਵੀ ਬਹੁਤ ਸੋਹਣੀਆਂ ਕਰਦੇ ਸਨ, ਪਰ ਉਹਨਾਂ ਦੀ ਰਹਿਤ ਦੇਖ ਕੇ ਖੁਸ਼ੀ ਨਹੀਂ ਆਈ। ਉਹਨਾਂ ਦਾ ਜੀਵਨ ਉਦਾਂ ਦਾ ਨਹੀਂ ਸੀ ਹੈਗਾ, ਸਿਰਫ ਗੱਲਾਂ ਕਰਦੇ ਸਨ। ਸੋਹਣੀਆਂ ਗੱਲਾਂ ਤੇ ਦੀਵਾਰਾਂ ਦੇ ਉੱਪਰ ਵੀ ਲਿਖੀਆਂ ਹੁੰਦੀਆਂ ਨੇ। ਹੁਣ ਦੀਵਾਰਾਂ ਬ੍ਰਹਮ ਗਿਆਨੀ ਥੋੜੇ ਹੋ ਜਾਂਦੀਆਂ ਨੇ। ਦੀਵਾਰ ਦੇ ਉੱਪਰ ਕੋਈ ਸੋਹਣੀ ਗੱਲ ਲਿਖਣ ਨਾਲ ਦੀਵਾਰ ਬ੍ਰਹਮ ਗਿਆਨੀ ਨਹੀਂ ਹੋ ਜਾਏਗੀ। ਅਸਲੀ ਧਰਮੀ ਉਹ ਜਿਹੜਾ ਉਹਨਾਂ ਗੱਲਾਂ ਨੂੰ ਕਮਾ ਲਵੇ। ਹੁਣ ਇਹ ਮੁੱਖੋਂ ਤੇ ਬੜੇ ਮਿੱਠੇ ਸਨ, ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ, ਮੂੰਹ ਮਿੱਠੇ ਬੋਲ ਬੋਲਦੇ ਸਨ। ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਉਪਦੇਸ਼ ਤੇ ਬਹੁਤ ਕਰਦੇ ਸਨ, ਉਹਨਾਂ ਦੀ ਰਹਿਤ ਦੇਖ ਕੇ ਖੁਸ਼ੀ ਨਹੀਂ ਆਈ। ਕਾਰਨ ਕੀ ਸੀ? ਹਰ ਨਾਮ ਛੋੜ ਦੂਜਾ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ। ਫਿਰ ਅਖੀਰ ਕੀ ਹੋਇਆ? ਗੁਰ ਦਈ ਮਿਲਾਇਓ ਭਿਖਿਆ, ਜੀਵ ਤੂੰ ਰੱਖੈ ਤਿਵ ਰਹੋ। ਭਾਵ ਮੈਨੂੰ ਹਰੀ ਪ੍ਰਭੂ ਨੇ
ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੇ ਨਾਲ ਮਿਲਾ ਦਿੱਤਾ। ਫਿਰ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਜਿਵੇਂ ਰੱਖੋਗੇ ਉਦਾਂ ਰਵਾਂਗਾ। ਹੁਣ ਸਾਰਾ ਜੀਵਨ ਗ੍ਰੰਥਾਂ ਨੂੰ ਪੜ੍ਹਿਆ, ਆਪਣੇ ਰਿਸ਼ੀਆਂ ਮੁਨੀਆਂ ਦੇ ਇਤਿਹਾਸ ਨੂੰ, ਮਿਥਿਹਾਸ ਨੂੰ, ਜੋ ਵੀ ਉਹਨਾਂ ਦੀ ਸਾਖੀਆਂ ਨੂੰ, ਕਹਾਣੀਆਂ ਨੂੰ ਪੜ੍ਹਿਆ, ਔਰ ਗੁਰੂ ਨਾਨਕ ਦੇ ਦਰ ਤੇ ਆਏ, ਆ ਕੇ ਝੁਕ ਗਏ। ਔਰ ਇਹਨੇ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ, ਜਦੋਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦਾ ਬਚਨ ਪੜ੍ਹਦੇ ਹਾਂ ਕਿ ਆਖਰ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇੱਕ ਸ੍ਰੇਸ਼ਟ ਰਸਤਾ ਨਜ਼ਰ ਆਇਆ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਹੁਣ ਜਦੋਂ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੇ ਸਿਧਾਂਤ ਦੇਖੇ ਵੀ ਬੜੇ ਉੱਚੇ ਸੁੱਚੇ ਸਿਧਾਂਤ ਨੇ, ਔਰ ਕੇਵਲ ਸਿਧਾਂਤ ਨਹੀਂ, ਉਹਨਾਂ ਮੁਤਾਬਕ ਸਿੱਖਾਂ ਦਾ ਜੀਵਨ ਵੀ ਬਣ ਰਿਹਾ ਹੈ, ਤਬਦੀਲੀ ਆ ਰਹੀ, ਬਦਲਾਅ ਆ ਰਿਹਾ ਹੈ, ਉਹਨਾਂ ਨੇ ਫਿਰ ਗੁਰੂ ਸਾਹਿਬਾਨਾਂ ਦੀ ਸਿਫਤ ਗਾਈ। ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਸਿਫਤ ਗਾਈ ਤੇ ਸੁਭਾਵਕ ਸਿਫਤ ਵਾਸਤੇ ਜਿਹੜੇ ਵਿਸ਼ੇਸ਼ਣ ਚਾਹੀਦੇ ਨੇ, ਜਿਹੜੇ ਵਿਸ਼ੇਸ਼ਣ ਉਹਨਾਂ ਕੋਲ ਆਲਰੇਡੀ ਸਨ, ਉਹਨਾਂ ਨੇ ਉਹੀ ਵਿਸ਼ੇਸ਼ਣ ਵਰਤੇ। ਮੰਨੋ ਜਿਵੇਂ ਪਿੰਡ ਦਾ ਚੌਧਰੀ ਜਿਹੜਾ ਹੈ, ਪਿੰਡ ਦਾ ਜਿਵੇਂ ਆਦਮੀ ਹੈ, ਹੁਣ ਉਹ ਪਿੰਡ ਤੋਂ ਕਦੀ ਬਾਹਰ ਨਾ ਗਿਆ ਹੋਵੇ, ਤੇ ਜੇ ਕੋਈ ਉਹਦੇ ਪਿੰਡ ਦੇ ਵਿੱਚ ਨਵਾਬ ਆ ਜਾਏ, ਹਾਕਮ ਆ ਜਾਏ, ਉਹਦੇ ਪਿੰਡ ਦੇ ਵਿੱਚ ਰਿਆਸਤ ਦਾ ਰਾਜਾ ਆ ਜਾਏ, ਤੇ ਉਹ ਬੰਦਾ ਕਹੇ ਵਾਹ ਚੌਧਰੀ ਸਾਹਿਬ ਆਓ, ਆ ਕੇ ਬੈਠੋ, ਆਓ ਚੌਧਰੀ ਸਾਹਿਬ ਬੈਠੋ, ਕਿਉਂਕਿ ਉਹਦੇ ਲਈ ਪਿੰਡ ਦਾ ਚੌਧਰੀ ਹੀ ਸਭ ਤੋਂ ਵੱਡੀ ਉਹਦੇ ਲਈ ਪਦਵੀ ਹੈਗੀ ਹੈ। ਪਿੰਡ ਦਾ ਚੌਧਰੀ ਉਹਦੀ ਸਭ ਤੋਂ ਵੱਡੀ ਡੈਜ਼ਿਗਨੇਸ਼ਨ ਹੈ। ਹੁਣ ਜੇ ਉਹ ਰਾਜੇ ਨੂੰ ਕਵੇ ਆਓ ਚੌਧਰੀ ਸਾਹਿਬ ਆ ਕੇ ਬੈਠੋ, ਹੁਣ ਆਪਣੇ ਵੱਲੋਂ ਤੇ ਸਿਫਤ ਕਰ ਰਿਹਾ ਉਹ, ਪਰ ਇਹ ਨਹੀਂ ਪਤਾ ਵੀ ਉਹਦੇ ਸਿਫਤ ਦੇ ਜਿਹੜੇ ਵਿਸ਼ੇਸ਼ਣ ਨੂੰ ਬੜੇ ਛੋਟੇ ਨੇ, ਪਰ ਉਹੀ ਜਿਹੜੇ ਉਹਨੂੰ ਵਿਸ਼ੇਸ਼ਣ ਆਉਂਦੇ ਸਨ ਉਹ ਲੈ ਕਰ ਦਿੱਤੇ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਸੁਲਤਾਨ ਕਹਾਂ ਹੋ ਮੀਆਂ, ਇਹ ਪ੍ਰਭੂ ਹੈ ਤੂੰ ਬਾਦਸ਼ਾਹ ਸੁਲਤਾਨ, ਪਰ ਤੈਨੂੰ ਮੈਂ ਮੀਆਂ ਜੀ ਕਹਿ ਕੇ ਸੰਬੋਧਨ ਕਰਦਾ। ਵਾਹ ਮੀਆਂ ਜੀ ਕੀ ਬਾਤ, ਹਾਲਾਂਕਿ ਤੇਰੀ ਸਿਫਤ ਕਰ ਰਿਹਾ, ਪਰ ਤੇਰੀ ਸਿਫਤ ਨਹੀਂ, ਭਾਵ ਮੇਰੇ ਕੋਲ ਜਿਹੜੀ ਸ਼ਬਦਾਵਲੀ ਹੈ ਮੈਂ ਉਹਦੇ ਚ ਤੇਰੀ ਸਿਫਤ ਕਰ ਰਿਹਾ, ਤੇਰੀ ਸਿਫਤ ਦਾ ਅੰਤ ਨਹੀਂ ਹੈ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਭੱਟਾਂ ਕੋਲ ਜਿਹੜੇ ਵਿਸ਼ੇਸ਼ਣ ਸਨ, ਜਿਹੜੀ ਸ਼ਬਦਾਵਲੀ ਸੀ, ਉਸੇ ਨੂੰ ਹੀ ਵਰਤਿਆ। ਇੱਥੇ ਹੁਣ ਜਦੋਂ ਭੱਟਾਂ ਨੇ ਸਿਫਤ ਕੀਤੀ ਤੇ ਭੱਟ ਆਖਦੇ ਨੇ, ਹੇ ਗੁਰੂ ਨਾਨਕ ਸਾਹਿਬ, 7ਵੇਂ ਸਵਈਏ ਤੋਂ ਇਹ ਵਿਚਾਰ ਆਰੰਭ ਹੈਗੀ ਹੈ। ਸਤਜੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ, द्वापर कृष्ण मुरार, कंस कृतार्थ कियो, उग्रसेन को राज, अपै भगतैं जन दियो। कलयुग प्रमाण नानक, गुर अंगद अमर कहायो, श्री गुरु राज अबिचल अटल, आद पुरख फरमायो। ਹੁਣ ਭੱਟਾਂ ਨੇ ਸਿਫਤ ਗਾਈ, ਭੱਟ ਕਲ ਸਹਾਰ ਨੇ, ਤੇ ਗੁਰੂ ਨਾਨਕ ਪਾਤਸ਼ਾਹ ਤੇਰੀ ਸਿਫਤ ਕਿਵੇਂ ਕਰਾਂ? ਸਾਡੇ ਮਤ ਵਿੱਚ ਉੱਚੇ ਤੋਂ ਉੱਚਾ ਜਿਹੜਾ ਸਤਜੁਗ ਦਾ ਮਾਲਕ ਸੀ, ਪੈਗੰਬਰ ਸੀ, ਅਵਤਾਰ ਸੀ, ਉਹ ਸੀ ਸਾਡੇ ਲਈ ਵਾਮਨ। ਸਾਡੇ ਲਈ ਵਾਮਨ ਅਵਤਾਰ ਸਭ ਤੋਂ ਵੱਡਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ, ਇਸ ਤਰ੍ਹਾਂ ਲੱਗਦਾ ਹੈ ਸਾਡੇ ਲਈ ਵਾਮਨ ਅਵਤਾਰ ਤੁਸੀਂ ਹੋ। ਏਦਾਂ ਲੱਗਦਾ ਜਿਵੇਂ ਸਤਜੁਗ ਦੇ ਵਿੱਚ ਤੁਸੀਂ ਹੀ ਰਾਜਯੋਗ ਮਾਣਿਆ, ਤੇ ਤੁਸੀਂ ਹੀ ਰਾਜੇ ਵੱਲ ਨੂੰ ਛੱਲਿਆ, ਤੇ ਤੁਸੀਂ ਹੀ ਵਾਮਨ ਅਵਤਾਰ ਹੋ। ਭਾਵ ਵਾਮਨ ਅਵਤਾਰ ਸਾਡੇ ਮਤ ਦੇ ਵਿੱਚ ਇੱਕ ਬਹੁਤ ਵੱਡਾ ਸਤਜੁਗ ਦਾ ਇੱਕ ਅਵਤਾਰ ਮੰਨਿਆ ਗਿਆ। ਪਰ ਗੁਰੂ ਨਾਨਕ ਪਾਤਸ਼ਾਹ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ, ਇਸ ਤਰ੍ਹਾਂ ਲੱਗਦਾ ਤੁਸੀਂ ਤੇ ਸਤਜੁਗ ਦੇ ਵਿੱਚ ਆ ਕੇ ਮਾਣਿਆ ਹੈ। ਸਤਜੁਗ ਤੈ ਮਾਣਿਓ, ਸਤਜੁਗ ਦੇ ਇੱਥੇ ਗੱਗੇ ਨੂੰ ਸਿਹਾਰੀ ਹੈਗੀ ਹੈ, ਤੇ ਸਿਹਾਰੀ ਦਾ ਮਤਲਬ ਅੱਗੇ ਕਾਰਕੀ ਅਰਥ ਬਣ ਜਾਣਗੇ ਵਿੱਚ। ਸਤਜੁਗ ਵਿੱਚ ਤੈ ਮਾਣਿਓ, ਇੱਥੇ ਪਾਠ ਤੈ ਨਹੀਂ ਆਏਗਾ, ਤੈ ਹੁੰਦਾ ਅਤੇ ਵਾਸਤੇ, ਇੱਥੇ ਤੈ ਮੈਨੇ ਤੂੰ ਸੰਬੋਧਨ ਕਰ ਰਹੇ ਨੇ ਭੱਟ ਕਲ ਸਹਾਰ ਤੇ ਗੁਰੂ ਨਾਨਕ ਪਾਤਸ਼ਾਹ। ਸਤਜੁਗ ਵਿੱਚ ਤੁਸੀਂ ਮਾਣਿਆ, ਕੀ ਮਾਣਿਆ? ਜਿਹੜੇ ਸਰਾਜ-ਜੋਗ ਦੀ ਗੱਲ ਬਾਰ-ਬਾਰ ਕਰ ਰਹੇ ਨੇ, ਕਬ ਕਲ ਸੁਜਸ ਗਾਵੋ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ, ਉਹ ਵਾਲਾ ਰਾਜ-ਜੋਗ ਜਿਹੜਾ ਮਾਣੇ, ਸਤਜੁਗ ਵਿੱਚ ਵੀ ਤੁਸੀਂ ਹੀ ਮਾਣਿਆ ਹੈ। ਇਸ ਤਰ੍ਹਾਂ ਲੱਗਦਾ ਹੈ ਸਾਡੇ ਲਈ ਵਾਮਨ ਅਵਤਾਰ ਤੁਸੀਂ ਹੋ, ਤੇ ਤੁਸੀਂ ਹੀ ਸਤਜੁਗ ਨੂੰ ਮਾਣਨ ਵਾਲੇ ਹੋ। ਸਤਜੁਗ ਦੇ ਵਿੱਚ ਤੁਸੀਂ ਹੀ ਰਾਜਯੋਗ ਨੂੰ ਮਾਣਨ ਵਾਲੇ ਹੋ। ਸਤਜੁਗ ਗੱਗੇ ਨੂੰ ਸਿਹਾਰੀ ਆ ਗਈ, ਮੈਨੇ ਸਤਜੁਗ ਵਿੱਚ ਸਿਹਾਰੀ ਕਰਕੇ ਅਰਥ ਦੇਗੀ। ਤੈ ਮਾਣਿਓ ਕੀ ਹੋਇਆ? ਛਲਿਓ ਬਲ, ਬਲ ਨੂੰ ਤੁਸੀਂ ਛਲਿਆ, ਕਿਉਂਕਿ ਵਾਮਨ ਅਵਤਾਰ ਨੇ ਰਾਜੇ ਬਲ ਨੂੰ ਛਲਿਆ ਸੀ, ਠੱਗਿਆ ਸੀ। ਇਸੇ ਤਰ੍ਹਾਂ ਛਲਿਓ ਬਲ ਵਾਮਨ ਭਾਇਓ, ਵਾਮਨ ਅਵਤਾਰ ਭਾਇਓ, ਭਾਵ ਤੈਨੂੰ ਵਾਮਨ ਅਵਤਾਰ ਬਣਨਾ
ਚੰਗਾ ਲੱਗਾ। ਸਾਡੇ ਲਈ ਤੂੰ ਹੀ ਵਾਮਨ ਅਵਤਾਰ ਹੈ, ਭਾਵ ਅਸੀਂ ਕਿਸੇ ਹੋਰ ਵਾਮਨ ਨੂੰ ਨਹੀਂ ਮੰਨਦੇ, ਤੂੰ ਹੀ ਸਾਡੇ ਲਈ ਵਾਮਨ ਅਵਤਾਰ ਹੈਗਾ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਤ੍ਰੇਤੈ ਭਾਵ ਜਦੋਂ ਤ੍ਰੇਤਾ ਯੁੱਗ ਆਇਆ, ਤੈ ਮਾਣਿਓ, ਤ੍ਰੇਤੇ ਦੇ ਵਿੱਚ ਵੀ ਰਾਜ ਯੋਗ ਤੁਸੀਂ ਹੀ ਮਾਣੇ ਹੈ। ਕਦੋਂ? ਜਦੋਂ ਰਾਮ ਰਘੁਵੰਸ਼ ਕਹਾਇਓ। ਰਾਮ ਮੰਮੀ ਨੂੰ ਔਂਕੜ ਹੈ, ਇੱਥੇ ਸ਼੍ਰੀ ਰਾਮ ਚੰਦਰ ਜੀ ਦਾ ਜ਼ਿਕਰ ਹੈਗਾ ਤੇ ਉਹਨਾਂ ਦਾ ਵਿਸ਼ੇਸ਼ਣ ਕੀ ਹੈਗਾ? ਉਹ ਰਘੁਵੰਸ਼ ਨੇ, ਭਾਵ ਰਘੁਵੰਸ਼ ਵਿੱਚ ਆਉਣ ਵਾਲੇ ਨੇ, ਇਸ ਕਰਕੇ ਰਘੁਵੰਸ਼ ਸੱਸੇ ਨੂੰ ਔਂਕੜ ਆ ਗਈ। ਜਿਹੋ ਜਿਹਾ ਨਾਉ ਹੁੰਦਾ ਉਹੋ ਜਿਹਾ ਵਿਸ਼ੇਸ਼ਣ ਹੁੰਦਾ ਹੈ। ਜੇ ਰਾਮ ਇੱਕ ਵਚਨ ਪੁਲਿੰਗ ਹੈ, ਇਸ ਕਰਕੇ ਆਖਰੀ ਅੱਖਰ ਨੂੰ ਔਂਕੜ ਲੱਗ ਗਈ, ਉਹਦਾ ਵਿਸ਼ੇਸ਼ਣ ਰਘੁਵੰਸ਼ ਵੀ ਇੱਕ ਵਚਨ ਪੁਲਿੰਗ ਦਾ ਵਿਸ਼ੇਸ਼ਣ ਹੋਣ ਕਰਕੇ ਔਂਕੜ ਸਹਿਤ ਆ ਗਿਆ। ਵਿਸ਼ੇਸ਼ਣ ਦੇ ਮਾਮਲੇ 'ਚ ਬਸ ਸਿੱਧੀ ਨਕਲ ਮਾਰਨੀ ਹੁੰਦੀ ਹੈ, ਜਿਹੋ ਜਿਹਾ ਨਾਉ ਉਹੋ ਜਿਹਾ ਵਿਸ਼ੇਸ਼ਣ। ਨਾਉ ਬਹੁਵਚਨ ਹੈ, ਆਖਰੀ ਅੱਖਰ ਨੂੰ ਨਾਉ ਪੁਲਿੰਗ ਨੂੰ ਔਂਕੜ ਨਹੀਂ, ਤੇ ਉਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਨਹੀਂ ਆਏਗੀ। ਜੇ ਨਾਉ ਇਸਤਰੀ ਲਿੰਗ ਹੈ, ਔਂਕੜ ਨਹੀਂ ਆਈ, ਤੇ ਉਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਨਹੀਂ ਆਏਗੀ। ਜੇ ਨਾਉ ਇਸਤਰੀ ਲਿੰਗ ਸਿਹਾਰੀ ਦੇ ਨਾਲ ਹੈ, ਉਹਦਾ ਵਿਸ਼ੇਸ਼ਣ ਵੀ ਸਿਹਾਰੀ ਨਾਲ ਆ ਜਾਏਗਾ। ਮਤਲਬ ਵਿਸ਼ੇਸ਼ਣ ਦੇ ਮਾਮਲੇ 'ਚ ਨਕਲ ਮਾਰਨੀ ਹੈ ਨਾਉ ਦੀ, ਅੱਖਾਂ ਮੀਟ ਕੇ ਜਿੱਦਾਂ ਦਾ ਨਾਉ ਉਦਾਂ ਦਾ ਵਿਸ਼ੇਸ਼ਣ ਲਿਖ ਦੇਣਾ, ਜੇ ਆਖਰੀ ਅੱਖਰ ਮੁਕਤਾ ਹੋਵੇ ਜਾਂ ਆਖਰੀ ਅੱਖਰ ਨੂੰ ਕੋਈ ਲੱਗ ਹੋਵੇ, ਖਾਸ ਕਰ ਸਿਹਾਰੀ ਤੇ ਔਂਕੜ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਰਾਮ ਜਿਹੜਾ ਰਘੁਵੰਸ਼ੀ ਹੈ ਅਖਵਾਇਆ ਸੀ, ਤੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਤੇ ਰਾਮ ਰਘੁਵੰਸ਼ੀ ਆਪਣੇ ਆਪ ਨੂੰ ਅਖਵਾਇਆ। ਸਾਡੇ ਲਈ ਸ਼੍ਰੀ ਰਾਮਚੰਦਰ ਤੁਸੀਂ ਹੋ, ਅਸੀਂ ਤੁਹਾਨੂੰ ਹੀ ਸਭ ਕੁਝ ਮੰਨ ਰਹੇ ਹਾਂ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਦੁਆਪਰ ਦੇ ਫਿਰ ਰਾਰੇ ਨੂੰ ਸਿਹਾਰੀ ਆ ਗਈ, ਭਾਵ ਦੁਆਪਰ ਵਿੱਚ ਸੰਬੰਧ ਕੀ ਅਰਥ, ਇਹਦਾ ਕਾਰ ਕੀ ਅਰਥ ਬਣ ਗਿਆ ਸਿਹਾਰੀ ਨਾਲ? ਦੁਆਪਰ ਵਿੱਚ ਕ੍ਰਿਸ਼ਨ ਮੁਰਾਰ, ਮੁਰਾਰ ਮੈਨੇ ਮੁਰ ਪਲਸ ਅਰ, ਅਰ ਕਿਉਂਕਿ ਰਾਰੇ ਨੂੰ ਸਿਹਾਰੀ ਨਾਲ ਆਉਂਦਾ ਹੈ, ਤੇ ਜਦੋਂ ਮੁਰ ਤੇ ਅਰ ਦੀ ਸੰਧੀ ਕੀਤੀ ਜਾਂਦੀ ਹੈ ਤੇ ਉਦੋਂ ਵਿਚਕਾਰ ਗੁਰੂ ਮਾਤਰਾ ਆ ਜਾਂਦੀ ਹੈ, ਮੁਰਾਰ, ਭਾਵ ਮੁਰ ਦੈਂਤ ਨੂੰ ਮਾਰਨ ਵਾਲਾ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਕੰਸ ਜਿਹੜਾ ਹੈਗਾ ਇਹ ਮਥੁਰਾ ਦਾ ਰਾਜਾ ਸੀ। ਕੰਸ ਨਾਉ ਇੱਕ ਵਚਨ ਪੁਲਿੰਗ ਹੋਣ ਕਰਕੇ ਔਂਕੜ ਸਹਿਤ ਆ ਗਿਆ, ਤੇ ਉਹ ਹੋ ਗਿਆ ਕਰਤਾਰਥ ਸਫਲ, ਇਸ ਕਰਕੇ ਉਹ ਵੀ ਥੱਥਾ ਔਂਕੜ ਸਹਿਤ ਆ ਗਿਆ। ਕੀਓ ਉਗਰਸੈਨ ਕੋ ਰਾਜ। ਹੁਣ ਉਗਰਸੈਨ ਵੀ ਇੱਕ ਹੈਗਾ, ਇਹ ਮਥੁਰਾ ਦਾ ਰਾਜਾ ਹੈ, ਕਿਉਂਕਿ ਇਸੇ ਨੂੰ ਹੀ ਇਸ ਤੋਂ ਪਹਿਲਾਂ ਮਥੁਰਾ ਦਾ ਰਾਜਾ ਕੰਸ ਸੀ। ਕੰਸ ਨੂੰ ਮਾਰ ਕੇ ਫਿਰ ਸ਼੍ਰੀ ਕ੍ਰਿਸ਼ਨ ਜੀ ਨੇ ਉਗਰਸੈਨ ਨੂੰ ਰਾਜ ਦੇ ਦਿੱਤਾ ਸੀ। ਹੁਣ ਇੱਥੇ ਉਗਰਸੈਨ ਦੇ ਨਾਣੇ ਨੂੰ ਔਂਕੜ ਨਹੀਂ ਆਈ, ਹਾਲਾਂਕਿ ਉਗਰਸੈਨ ਵੀ ਤੇ ਇੱਕ ਵਚਨ ਪੁਲਿੰਗ ਹੈਗਾ। ਇੱਥੇ ਔਂਕੜ ਤਾਂ ਨਹੀਂ ਆਈ ਕਿਉਂਕਿ ਅੱਗੇ ਕਉ ਸੰਬੰਧਕ ਨੇ ਨਾਣੇ ਦੀ ਔਂਕੜ ਖਤਮ ਕਰ ਦਿੱਤੀ। ਉਗਰਸੈਨ ਕਉ ਜਦੋਂ ਸੰਬੰਧਕੀ ਆ ਜਾਂਦਾ ਹੈ, ਪ੍ਰਪੋਜੀਸ਼ਨ ਆ ਜਾਂਦੀ ਹੈ, ਤੇ ਜਿਸ ਪੁਲਿੰਗ ਇੱਕ ਵਚਨ ਨਾਉਨ ਦੇ ਨਾਲ ਪ੍ਰਪੋਜੀਸ਼ਨ ਆਉਂਦੀ ਹੈ, ਉਸ ਇੱਕ ਵਚਨ ਪੁਲਿੰਗ ਨਾਉਨ ਦੀ ਆਖਰੀ ਅੱਖਰ ਦੀ ਔਂਕੜ ਉੜ ਜਾਂਦੀ ਹੈ। ਇਸ ਕਰਕੇ ਉਗਰਸੈਨ ਕਉ, ਕਉ ਸੰਬੰਧਕ ਆਣ ਕਰਕੇ ਉਗਰਸੈਨ ਦੇ ਨਾਣੇ ਦੀ ਔਂਕੜ ਕੱਟੀ ਗਈ। ਰਾਜ, ਰਾਜ ਵੀ ਕਿਉਂਕਿ ਇੱਕ ਵਚਨ ਪੁਲਿੰਗ ਹੈਗਾ, ਇਸ ਕਰਕੇ ਜੱਜੇ ਨੂੰ ਔਂਕੜ ਆ ਗਈ। ਦੁਆਪਰ ਕ੍ਰਿਸ਼ਨ ਮੁਰਾਰ, ਕ੍ਰਿਸ਼ਨ ਦੇ ਨੰਨੇ ਨੂੰ ਔਂਕੜ ਤਾਂ ਨਹੀਂ ਆਈ ਕਿ ਅੱਗੇ ਵੀ ਅਵਯ ਆ ਗਿਆ। ਦੁਆਪਰ ਵਿੱਚ ਕ੍ਰਿਸ਼ਨ ਵੀ ਤੁਸੀਂ ਹੀ ਸੀ, ਜਿਹੜਾ ਮੁਰ ਦੈਂਤ ਨੂੰ ਮਾਰਨ ਵਾਲੇ ਸਨ। ਕ੍ਰਿਸ਼ਨ ਵੀ ਤੁਸੀਂ ਹੋ। ਕੰਸ ਕਿਰਤਾਰਥ ਕੀਓ, ਜਿਨ੍ਹਾਂ ਕੰਸ ਮੁਕਤ ਕੀਤਾ। ਉਗਰਸੈਨ ਕੋ ਰਾਜ, ਫਿਰ ਕੰਸ ਨੂੰ ਮਾਰ ਕੇ ਉਗਰਸੈਨ ਨੂੰ ਰਾਜ ਦਿੱਤਾ। ਅਭੈ ਭਗਤੈ ਜਨ ਦੀਓ। ਭਗਤੈ ਜਨ ਜਿਹੜੇ ਬਹੁਤੇ ਭਗਤ ਨੇ, ਜਨ ਕਿਉਂਕਿ ਔਂਕੜ ਨਹੀਂ ਆਈ, ਬਹੁਤੇ ਜਨ, ਬਹੁਤੇ ਭਗਤ, ਭਗਤ ਜਨਾਂ ਨੂੰ ਅਭੈ ਦਾਨ ਦਿੱਤਾ, ਭਾਵ ਨਿਰਭੈਤਾ ਦੀ ਪਦਵੀ ਦਿੱਤੀ, ਭਾਵ ਤੁਸੀਂ ਹੀ ਉਹ ਜਿਨ੍ਹਾਂ ਨੇ ਆਪਣੇ ਭਗਤਾਂ ਵਿੱਚ ਨਿਡਰਤਾ ਭਰੀ, ਨਿਰਭੈਤਾ ਭਰੀ। ਹੁਣ ਉਹਨਾਂ ਦੇ ਸਾਰੇ ਡਰ ਮੁੱਕ ਗਏ, ਚਾਹੇ ਉਹ ਬਾਹਰ ਦੇ ਜ਼ਾਲਮਾਂ ਦੇ ਡਰ ਸਨ, ਤੇ ਚਾਹੇ ਉਹ ਅੰਦਰ ਭੂਤ ਪ੍ਰੇਤ ਜਾਦੂ ਟੋਣਿਆਂ ਵਹਿਮਾਂ ਭਰਮਾਂ ਦੇ ਡਰ ਸਨ। ਉਹਨਾਂ ਨੂੰ ਨਿਰਭੈਤਾ ਦੇਣ ਵਾਲੇ ਤੁਸੀਂ ਹੈਗੇ ਹੋ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਕਲਯੁਗ ਜੱਜੇ ਨੂੰ ਗੱਗੇ ਨੂੰ ਸਿਹਾਰੀ ਆ ਗਈ। ਕਲਯੁਗ ਵਿੱਚ ਪ੍ਰਮਾਣ ਭਾਵ ਪ੍ਰਮਾਣਿਕ ਸਮਰੱਥਾ ਵਾਲਾ ਨਾਨਕ, ਇੱਥੇ ਫਿਰ ਰੁਕਣਾ ਹੈਗਾ, ਨਾਨਕ ਤੇ ਆ ਕੇ ਰੁਕਣਾ ਹੈਗਾ। ਕਲਯੁਗ ਪ੍ਰਮਾਣ ਨਾਨਕ ਭਾਵ ਹੇ ਨਾਨਕ, ਜਦੋਂ ਸੰਬੋਧਨ ਆ ਜਾਂਦਾ ਵੈ
ਉਦੋਂ ਇੱਕ ਕੁਚਨ ਪੁਲਿੰਗ ਨਾਉਂ ਦੀ ਆਖਰੀ ਅੱਖਰ ਦੀ ਔਂਕੜ ਉੜ ਜਾਂਦੀ ਹੈ। ਭਾਵ ਹੈ ਨਾਨਕ ਕਲਯੁਗ ਦੇ ਵਿੱਚ ਤੁਸੀਂ ਪ੍ਰਮਾਣ ਹੋ। ਪ੍ਰਮਾਣਕ ਮਾਨੇ ਸਮਰੱਥਾ ਵਾਲਾ। ਕਲਯੁਗ ਦੇ ਵਿੱਚ ਪ੍ਰਮਾਣਕ ਸਮਰੱਥਾ ਵਾਲਾ ਹੈ ਕੌਣ? ਹੈ ਨਾਨਕ ਗੁਰ ਅੰਗਦ ਅਮਰ ਕਹਾਇਓ। ਤੁਸੀਂ ਹੀ ਗੁਰੂ ਅੰਗਦ ਤੇ ਗੁਰੂ ਅਮਰਦਾਸ ਸਾਹਿਬ ਆਪਣੇ ਆਪ ਨੂੰ ਅਖਵਾਇਆ ਹੈ। ਅੰਗਦ ਇੱਕ ਵਚਨ ਪੁਲਿੰਗ ਨਾਉ ਹੋਣ ਕਰਕੇ ਦੱਦੇ ਨੂੰ ਔਂਕੜ ਆ ਗਈ। ਅਮਰਦਾਸ ਸਤਿਗੁਰੂ ਪਾਤਸ਼ਾਹ ਵਾਸਤੇ ਆਇਆ ਹੈ, ਇਸ ਕਰਕੇ ਰਾਰੇ ਨੂੰ ਔਂਕੜ ਆ ਗਈ। ਤੇ ਗੁਰੂ ਅੰਗਦ ਦੇ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ ਵਿਸ਼ੇਸ਼ਣ ਕੌਣ ਹੈ? ਇੱਥੇ ਵਿਸ਼ੇਸ਼ਣ ਹੈਗਾ ਗੁਰ। ਇਸ ਕਰਕੇ ਗੁਰ ਦੇ ਵੀ ਰਾਰੇ ਨੂੰ ਔਂਕੜ ਆ ਗਈ। ਭਾਵ ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਹੇ ਨਾਨਕ ਤੁਸੀਂ ਕਹਾ ਹੈ। ਹੇ ਨਾਨਕ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਸ਼੍ਰੀ ਗੁਰੂ ਰਾਜ ਅਬਿਚਲ ਅਟਲ ਆਦ ਪੁਰਖ ਫਰਮਾਇਓ। ਸ਼੍ਰੀ ਗੁਰੂ ਰਾਜ ਦੇ ਜੱਜੇ ਨੂੰ ਔਂਕੜ ਆ ਗਈ। ਭਾਵੇਂ ਇੱਕ ਰਾਜ ਦੀ ਗੱਲ ਹੈ, ਉਸ ਰਾਜ ਦਾ ਵਿਸ਼ੇਸ਼ਣ ਕਿਹੜਾ ਹੈ? ਉਸ ਰਾਜ ਦੀ ਖੂਬੀ ਕੀ ਹੈ? ਉਸ ਰਾਜ ਦੀ ਵਿਸ਼ੇਸ਼ਤਾ ਖੂਬੀ ਇਹ ਹੈ ਕਿ ਉਹ ਅਬਿਚਲ ਹੈ, ਜਿਹੜਾ ਚਲਾਇਮਾਨ ਨਹੀਂ ਹੈ, ਜਿਹੜਾ ਹਿਲਦਾ ਨਹੀਂ ਹੈ, ਜਿਹੜਾ ਡੋਲਦਾ ਨਹੀਂ ਹੈ। ਇਸ ਕਰਕੇ ਉਹ ਅਬਿਚਲ ਹੈ। ਅਟਲ ਜਿਹੜਾ ਡੋਲਦਾ ਨਹੀਂ ਹੈ। ਇਸ ਕਰਕੇ ਰਾਜ ਦੇ ਦੋ ਵਿਸ਼ੇਸ਼ਣ ਆ ਗਏ, ਇੱਕ ਅਬਿਚਲ, ਇੱਕ ਅਟਲ। ਰਾਜ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਆਈ ਤੇ ਉਹਨਾਂ ਦੇ ਵਿਸ਼ੇਸ਼ਣਾਂ ਨੂੰ ਵੀ ਔਂਕੜ ਆ ਗਈ। ਅੱਖਾਂ ਮੀਟ ਕੇ ਵਿਸ਼ੇਸ਼ਣ ਨੂੰ ਔਂਕੜ ਲਾ ਦੋ ਜੇ ਨਾਉਂ ਨੂੰ ਔਂਕੜ ਲੱਗੀ ਹੈ। ਆਦ ਪੁਰਖ ਫਰਮਾਇਓ। ਆਦ ਆਦਿ ਤੋਂ ਬਣਿਆ ਹੈ। ਮੌਲਿਕ ਸਿਆਰੀ ਆਪਣੀ ਹਮੇਸ਼ਾ ਨਾਲ ਲੈ ਕੇ ਆਉਂਦਾ ਹੈ ਵਾਲਾ ਸ਼ਬਦ ਆਦ। ਪੁਰਖ ਦੇ ਖੱਖੇ ਨੂੰ ਆ ਗਈ ਸਿਆਰੀ। ਪੁਰਖ ਹੈਗਾ ਇੱਕ ਵਚਨ ਪੁਲਿੰਗ ਅਕਾਲ ਪੁਰਖ, ਤੇ ਇੱਥੇ ਔਂਕੜਾਂ ਨਹੀਂ ਚਾਹੀਦੀ ਸੀ, ਪਰ ਅੱਗੇ ਸੰਬੰਧਕ ਆ ਗਿਆ ਨੇ, ਇਸ ਕਰਕੇ ਨੇ ਦੀ ਥਾਂ ਤੇ ਸਿਆਰੀ ਲੱਗ ਗਈ। ਪੁਰਖ ਨੇ ਆਦ ਪੁਰਖ ਫਰਮਾਇਓ। ਭਾਵ ਕਲਯੁਗ ਪ੍ਰਮਾਣ, ਕਲਯੁਗ ਵਿੱਚ ਸਮਰੱਥਾ ਵਾਲਾ ਕੌਣ? ਨਾਨਕ। ਹੇ ਨਾਨਕ ਉਹ ਗੁਰੂ ਨਾਨਕ ਜਿਹੜੇ ਕਲਯੁਗ ਦੇ ਵਿੱਚ ਇਸ ਸਮੇਂ ਦੇ ਵਿੱਚ ਸਮਰੱਥਾ ਵਾਲੇ ਮੰਨੇ ਗਏ। ਹੇ ਨਾਨਕ ਗੁਰੂ ਅੰਗਦ ਅਮਰ ਕਹਾਇਓ। ਹੇ ਗੁਰੂ ਨਾਨਕ ਸਾਹਿਬ ਤੁਸੀਂ ਹੀ ਆਪਣੇ ਆਪ ਨੂੰ ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਪਾਤਸ਼ਾਹ ਅਖਵਾਇਆ ਹੈ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਹੈ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਗੁਰੂ ਨਾਨਕ ਵਿੱਚ, ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ, 10 ਗੁਰੂਆਂ ਦੇ ਵਿੱਚ ਕੋਈ ਵੀ ਫਰਕ ਨਹੀਂ। ਇਸੇ ਕਰਕੇ ਭੱਟਾਂ ਨੇ ਅੱਗੇ ਚੱਲ ਕੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਜੋਤ ਰੂਪ ਪ੍ਰਭੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ ਤੇ ਪ੍ਰਭੂ ਗੁਰੂ ਨਾਨਕ ਨੇ ਫਿਰ ਆਪਣੇ ਆਪ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਕਹਾਇਆ। ਗੁਰੂ ਅੰਗਦ ਦੇਵ ਪਾਤਸ਼ਾਹ ਹੋ ਗਏ, ਉਹੀ ਬਾਅਦ ਵਿੱਚ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਹੋ ਗਏ, ਉਹੀ ਬਾਅਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਹੋ ਗਏ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੈ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਸਿੱਖੋ ਨੈਣ। ਭਾਵ ਸਾਰੇ ਗੁਰੂ ਇੱਕੋ ਰੂਪ ਨੇ। ਇਸੇ ਕਰਕੇ ਅਸੀਂ ਕਹਿੰਦੇ ਆ ਕਿ ਗੁਰੂ ਨਾਨਕ, ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਨੇ। ਗੁਰੂ ਨਾਨਕ ਦੀ ਜੋਤ ਭਾਈ ਲਹਿਣਾ ਚ ਚਲੀ ਗਈ, ਉਹ ਗੁਰੂ ਅੰਗਦ ਦੇ ਪਾਤਸ਼ਾਹ ਹੋ ਗਏ। ਗੁਰੂ ਅੰਗਦ ਦੇ ਪਾਤਸ਼ਾਹ ਦੀ ਜੋਤ ਗੁਰੂ ਅਮਰਦਾਸ ਸਾਹਿਬ ਚ ਚਲੀ ਗਈ, ਉਹ ਗੁਰੂ ਅਮਰਦਾਸ ਸਾਹਿਬ ਹੋ ਗਏ। ਹੁਣ ਇਹ ਜੋਤ ਕਿਹੜੀ ਹੈ? ਆਮ ਤੌਰ ਤੇ ਕਿਹਾ ਜਾਂਦਾ ਆਤਮਿਕ ਜੋਤ। ਮੈਂ ਇੱਥੇ ਥੋੜਾ ਜਿਹਾ ਸਪਸ਼ਟ ਕਰਨਾ ਚਾਹਨਾ। ਨਾਨਕ ਗੁਰੂ ਅੰਗਦ ਅਮਰ ਕਹਾਇਓ। ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ, ਗੁਰੂ ਅਮਰਦਾਸ ਆਪਣੇ ਆਪ ਨੂੰ ਕਹਾਇਆ। ਕਿਉਂ? ਕਿਉਂਕਿ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇ ਪਾਤਸ਼ਾਹ ਚ ਚਲੀ ਗਈ, ਅੱਗੋਂ ਗੁਰੂ ਅਮਰਦਾਸ ਸਾਹਿਬ ਚ। ਤੇ ਆਮ ਤੌਰ ਤੇ ਕਿਹਾ ਜਾਂਦਾ ਆਤਮਿਕ ਜੋਤ। ਕਈ ਅਰਦਾਸ ਵਿੱਚ ਵੀ ਸੱਜਣ ਪੜ ਜਾਂਦੇ ਨੇ 10 ਗੁਰੂਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਲਾਂਕਿ ਉੱਥੇ ਲਿਖਿਆ ਨਹੀਂ ਆਤਮਿਕ ਜੋਤ, ਪਰ ਕਈ ਲੋਕ ਪੜ ਜਾਂਦੇ ਨੇ। ਆਤਮਿਕ ਜੋਤ ਨਹੀਂ ਹੈ। ਜੇ ਅਸੀਂ ਆਤਮਿਕ ਜੋਤ ਕਵਾਂਗੇ ਵੀ ਗੁਰੂ ਨਾਨਕ ਦੀ ਆਤਮਾ ਗੁਰੂ ਅੰਗਦ ਦੇ ਪਾਤਸ਼ਾਹ ਚਲੀ ਗਈ, ਤੇ ਜਦੋਂ ਆਤਮਾ ਨਹੀਂ ਸੀ ਗਈ ਭਾਈ ਲਹਿਣੇ ਚ, ਕੀ ਭਾਈ ਲਹਿਣਾ ਜੀ ਦੀ ਆਪਣੀ ਆਤਮਾ ਨਹੀਂ ਸੀ? ਉਹਨਾਂ ਵਿੱਚ ਵੀ ਤੇ ਜੀਵਨ ਚੱਲ ਹੀ ਰਿਹਾ ਸੀ। ਤੇ ਜੇ ਗੁਰੂ ਨਾਨਕ ਪਾਤਸ਼ਾਹ ਦੀ ਆਤਮਾ ਭਾਈ ਲਹਿਣੇ ਚ ਚਲੀ ਗਈ, ਫਿਰ ਭਾਈ ਲਹਿਣੇ ਚ 2 ਆਤਮਾਵਾਂ ਆ ਗਈਆਂ ਤੇ ਗੁਰੂ ਨਾਨਕ ਪਾਤਸ਼ਾਹ ਚ ਇੱਕ ਵੀ ਨਹੀਂ ਰਹੀ। ਤੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਕਈ ਇਤਿਹਾਸਕਾਰ ਲਿਖਦੇ ਨੇ ਵੀ 6 ਮਹੀਨੇ ਤੱਕ ਸਰੀਰਕ ਜਾਮੇ ਚ ਰਹੇ। 6 ਮਹੀਨੇ ਬਾਅਦ ਉਹਨਾਂ ਨੇ ਸਰੀਰਕ ਚੋਲਾ ਛੱਡਿਆ। ਕਿ 6 ਮਹੀਨੇ ਗੁਰੂ ਨਾਨਕ ਪਾਤਸ਼ਾਹ ਚ ਆਤਮਾ ਹੀ ਨਹੀਂ ਸੀ। ਇੱਕ ਸਨ ਹੈਗਾ 1534,
सन 1534 ऐसा सन है ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ 65 ਸਾਲਾਂ ਦੇ ਸਨ। ਸਤੰਬਰ ਦੇ ਵਿੱਚ, ਸਤੰਬਰ 24 ਸਤੰਬਰ सन 1534 ਗੁਰੂ ਨਾਨਕ ਪਾਤਸ਼ਾਹ ਜੀ 65 ਸਾਲ ਦੀ ਉਮਰ ਵਿੱਚ ਸਨ ਤੇ ਉਦੋਂ ਗੁਰੂ ਅੰਗਦ ਦੇ ਪਾਤਸ਼ਾਹ ਅਜੇ ਭਾਈ ਲਹਿਣਾ ਦੇ ਰੂਪ ਵਿੱਚ ਹੀ ਸਨ ਤੇ ਗੁਰੂ ਨਾਨਕ ਦੇ ਘਰ ਆਇਆ 2 ਸਾਲ ਹੋਏ ਸਨ ਤੇ ਉਹਨਾਂ ਦੀ ਉਮਰ ਸੀ 30 ਸਾਲ। सन 1534 ਸਤੰਬਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ 65 ਸਾਲ ਦੇ ਸਨ, ਭਾਈ ਲਹਿਣਾ ਜੀ 30 ਸਾਲ ਦੇ ਸਨ, ਬਾਬਾ ਅਮਰਦਾਸ ਜੀ 55 ਸਾਲ ਦੇ ਸਨ ਤੇ सन 1534 24 ਸਤੰਬਰ ਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਇਹ ਉਹ ਸਨ ਹੈ ਜਿਹਦੇ ਵਿੱਚ 4 ਗੁਰ ਵਿਅਕਤੀ ਇੱਕੋ ਸਮੇਂ ਸਰੀਰਕ ਜਾਮ ਵਿੱਚ ਮੌਜੂਦ ਸਨ। ਗੁਰੂ ਨਾਨਕ ਪਾਤਸ਼ਾਹ ਵੀ ਸਨ, ਗੁਰੂ ਅੰਗਦ ਦੇਵ ਪਾਤਸ਼ਾਹ ਵੀ, ਗੁਰੂ ਅਮਰਦਾਸ ਵੀ, ਗੁਰੂ ਰਾਮਦਾਸ ਪਾਤਸ਼ਾਹ ਵੀ ਤੇ ਚਾਰਾਂ ਚ ਆਪੋ ਆਪਣੀ ਆਤਮਾ ਸੀ। ਗੁਰੂ ਨਾਨਕ ਪਾਤਸ਼ਾਹ ਦੀ ਉਹ ਕਿਹੜੀ ਆਤਮਾ ਹੈਗੀ ਹੈ, ਗੁਰੂ ਨਾਨਕ ਪਾਤਸ਼ਾਹ ਦੀ ਉਹ ਕਿਹੜੀ ਆਤਮਾ ਹੈ ਜਿਹੜੀ ਭਾਈ ਲਹਿਣਾ ਚ ਗਈ? ਅਸਲ ਚ ਉਹ ਆਤਮਿਕ ਜੋਤ ਨਹੀਂ ਸੀ, ਏਦਾਂ ਕਹਿ ਲਓ ਸਿਧਾਂਤਕ ਜੋਤ ਸੀ। ਭਾਵ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਨੂੰ ਭਾਈ ਲਹਿਣਾ ਜੀ ਸਮਝ ਗਏ। ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਧਾਰਾ ਨੂੰ ਭਾਈ ਲਹਿਣਾ ਜੀ ਸਮਝ ਗਏ ਵੀ ਆਹ ਹੈ ਗੁਰੂ ਨਾਨਕ ਦੀ ਵਿਚਾਰਧਾਰਾ। ਜੋਤ ਹੈ ਉਪਦੇਸ਼ ਦੀ, ਜੋਤ ਹੈ ਵਿਚਾਰਧਾਰਾ ਦੀ, ਜੋਤ ਹੈ ਸਿਧਾਂਤਾਂ ਦੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਈ ਭਾਈ ਲਹਿਣਾ ਜੀ ਸਿਧਾਂਤਾਂ ਨੂੰ ਸਮਝ ਗਏ ਨੇ ਤੇ ਕਿਉਂ ਨਾ ਹੁਣ ਪੰਥ ਦੀ ਅਗਵਾਈ ਇਹਨਾਂ ਦੇ ਹੱਥ ਫੜਾ ਦਿੱਤੀ ਜਾਏ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਥਾਂ ਤੇ ਭਾਈ ਲਹਿਣਾ ਨੂੰ ਕੌਮ ਦੀ ਅਗਵਾਈ ਕਰਨ ਵਾਸਤੇ ਆਪਣੀ ਥਾਂ ਤੇ ਨਿਯੁਕਤ ਕਰ ਦਿੱਤਾ, ਗੁਰੂ ਅੰਗਦ ਦੇਵ ਪਾਤਸ਼ਾਹ ਬਣਾ ਦਿੱਤਾ। ਭਾਵ ਗੁਰੂ ਨਾਨਕ ਦੀ ਜੋਤ ਭਾਈ ਲਹਿਣੇ ਚ ਚਲੀ ਗਈ। ਭਾਵ ਗੁਰੂ ਨਾਨਕ ਦੀ ਵਿਚਾਰਧਾਰਾ, ਗੁਰੂ ਨਾਨਕ ਦੀ ਸੋਚ, ਗੁਰੂ ਨਾਨਕ ਦੇ ਸਿਧਾਂਤ ਭਾਈ ਲਹਿਣੇ ਦੇ ਘਰ ਘਰ ਗਏ। ਤੇ ਜਦੋਂ ਇਹੀ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਬਾਬਾ ਅਮਰਦਾਸ ਜੀ ਸਮਝ ਗਏ, ਉਦੋਂ ਗੁਰੂ ਨਾਨਕ ਦੀ ਜੋਤ ਬਾਬਾ ਅਮਰਦਾਸ ਚ ਚਲੀ ਗਈ। ਫਿਰ ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਵੀ ਤੁਸੀਂ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋ, ਇਸ ਕਰਕੇ ਅੱਜ ਤੋਂ ਬਾਅਦ ਤੁਸੀਂ ਕੌਮ ਦੀ ਅਗਵਾਈ ਕਰੋ। ਇਸ ਕਰਕੇ ਇਹ ਕਹਿਣਾ ਠੀਕ ਰਹੇਗਾ ਕਿ ਗੁਰੂ ਨਾਨਕ ਸਾਹਿਬ ਦੀ ਸਿਧਾਂਤਕ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ ਚ, ਗੁਰੂ ਨਾਨਕ ਪਾਤਸ਼ਾਹ ਦੀ ਸਿਧਾਂਤਕ ਜੋਤ ਗੁਰੂ ਅਮਰਦਾਸ ਪਾਤਸ਼ਾਹ ਚ। ਤੇ ਜੇ ਕਦੀ ਅਰਦਾਸ ਵਿੱਚ ਸਪਸ਼ਟ ਕਰਨਾ ਹੋਵੇ ਤੇ ਇਹ ਲਿਖ ਦੇਣਾ ਚਾਹੀਦਾ ਹੈ, 10 ਗੁਰੂਆਂ ਦੀ ਸਿਧਾਂਤਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਕੇ, ਪਾਠ ਦੀਦਾਰ ਦਾ ਧਿਆਨ ਕਰਕੇ ਸਿਧਾਂਤਕ ਜੋਤ ਕਹਿਣਾ ਠੀਕ ਰਹੇਗਾ। ਕੌਮ ਇਸ ਬਾਰੇ ਆਪਣੇ ਫੈਸਲੇ ਕਰ ਸਕਦੀ ਹੈਗੀ ਹੈ, ਪਰ ਅਜੇ ਤੱਕ ਅਰਦਾਸ ਦੇ ਵਿੱਚ ਨਾ ਆਤਮਿਕ ਸ਼ਬਦ ਹੈ ਨਾ ਸਿਧਾਂਤਕ ਹੈ, ਸਿੱਧਾ ਹੈ 10 ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪਾਠ ਦੀਦਾਰ ਦਾ ਯਾਦ ਰੱਖਿਓ, ਪਾਠ ਦੇ ਦੀਦਾਰ ਕਰਨੇ ਨੇ ਅਸੀਂ, ਤਸਵੀਰਾਂ ਦੇ ਦੀਦਾਰ ਨਹੀਂ ਕਰਨੇ, ਫੋਟੋਆਂ ਦੇ ਦੀਦਾਰ ਨਹੀਂ ਕਰਨੇ, ਅਸੀਂ ਦੀਵਿਆਂ ਦੇ ਦੀਦਾਰ ਨਹੀਂ ਕਰਨੇ, ਅਸੀਂ ਥੜਿਆਂ ਥਮਲਿਆਂ ਦੇ ਦੀਦਾਰ ਨਹੀਂ ਕਰਨੇ, ਅਸੀਂ ਰੁਮਾਲਿਆਂ ਦੇ ਦੀਦਾਰ ਨਹੀਂ ਕਰਨੇ। ਰੁਮਾਲਾਂ ਚੁੱਕ ਕੇ ਝਾਤੀ ਮਾਰ ਕੇ ਕਿਉਂ ਦੀਦਾਰ ਹੋ ਗਏ, ਨਹੀਂ ਉਦਾਂ ਦੀਦਾਰ ਨਹੀਂ ਕਰਨੇ। ਸਾਨੂੰ ਪਾਠ ਕਰਨਾ ਪੈਣਾ। ਜਦੋਂ ਸ਼ਬਦ ਦਾ ਪਾਠ ਤੁਸੀਂ ਕਰੋਗੇ ਗੁਰੂ ਦੇ ਦੀਦਾਰ ਹੋ ਜਾਣਗੇ। ਇਸ ਕਰਕੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੀ ਜੋਤ ਭਾਵ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਗੁਰੂ ਅੰਗਦ ਦੇਵ ਪਾਤਸ਼ਾਹ ਚ ਚਲੇ ਗਏ, ਉਹ ਗੁਰੂ ਨਾਨਕ ਦਾ ਰੂਪ ਹੋ ਗਏ। ਕਿਉਂਕਿ ਜੋ ਗੁਰੂ ਨਾਨਕ ਦੀ ਵਿਚਾਰਧਾਰਾ ਸੀ ਉਹ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਚ, ਉਹ ਵੀ ਗੁਰੂ ਨਾਨਕ ਦਾ ਰੂਪ। ਕਲਯੁਗ ਪ੍ਰਮਾਣ ਨਾਨਕ ਇੱਥੇ ਰੁਕਣਾ ਹੈ। ਭਾਵ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਅਮਰ ਕਹਾਇਓ, ਤੁਸੀਂ ਹੀ ਆਪਣੇ ਆਪ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਅਮਰਦਾਸ ਸਾਹਿਬ ਕਹਾਇਆ, ਕਿਉਂਕਿ ਤੁਸੀਂ ਹੀ ਸਿਧਾਂਤ ਰੂਪ ਹੋ ਕੇ, ਵਿਚਾਰਧਾਰਾ ਰੂਪ ਹੋ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਹੀਏ ਚ ਪ੍ਰਵੇਸ਼ ਕਰ ਗਏ। ਸ਼੍ਰੀ ਗੁਰੂ ਰਾਜ ਅਬਚਲ ਅਟਲ ਆਤ ਪੁਰਖ ਫਰਮਾਇਓ, ਅਕਾਲ ਪੁਰਖ ਆਦ ਮੁੱਢ ਵਾਲੇ ਉਸ ਪ੍ਰਭੂ ਨੇ ਆਪ ਫਰਮਾਨ ਕੀਤਾ। ਫਰਮਾਨ ਕਰਕੇ ਗੁਰੂ ਨਾਨਕ ਸਾਹਿਬ ਦਾ ਰਾਜ ਅਟਲ ਤੇ ਕਹਿ ਦਿੱਤਾ ਕਿ ਗੁਰੂ ਨਾਨਕ ਦਾ ਰਾਜ ਸਦਾ ਸਥਿਰ ਹੈ ਤੇ ਅਟਲ ਹੈ। ਸ਼੍ਰੀ ਗੁਰੂ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਰਾਜ ਕੀ ਹੈਗਾ? ਅਬਚਲ ਅਟਲ, ਅਡੋਲ ਨਾ ਹਿੱਲਣ ਵਾਲਾ। ਆਦ ਪੁਰਖ ਫਰਮਾਇਓ, ਅਕਾਲ ਪੁਰਖ ਨੇ ਫਰਮਾਨ ਕਰ ਦਿੱਤਾ। 8ਵੇਂ ਸਵਈਏ ਦੀ ਵਿਚਾਰ। ਗੁਣ ਗਾਵੇ ਰਵਿਦਾਸ ਭਗਤ, ਜੈ ਦੇਵ ਤ੍ਰਿਲੋਚਨ, ਨਾਮਾ ਭਗਤ ਕਬੀਰ,
सदा गावें समलोचन। भगत बेण गुण रवै सहज आत्म रंग माणै। जोग ध्यान गुर ज्ञान बिना प्रभ अवर न जाने। सुखदेव परीक्षित गुण रवै गौतम रिख जस गायो। कब कल सुजस नानक गुर नित नव तन जग छायो। गुण गावे रविदास भगत जयदेव त्रिलोचन। उस गुरु नानक साहब जी के गुण भगत रविदास गा रहा है, क्योंकि रविदास एक है, इस करके सस्से नूं औंकड़ आ गई। ते उन्हां दी खूबी की है, उन्हां दी विशेषता की है, उन्हां दा विशेषण है वो भगत ने। इस करके वो भगत भी एक वचन पुलिंग होने करके सत्ते नूं औंकड़ सहित आ गई। गुण गावे रविदास भगत जयदेव ते त्रिलोचन भी गुण गा रहे हैं। भी अभियान करके इत्थे जयदेव ते त्रिलोचन की आखिरी अखर नूं औंकड़ नहीं आई। भाव भगत रविदास ते गा रहा वे, उन्हां नाल जयदेव ते त्रिलोचन भी, जिवें असीं कोई गल कहने आ कि इन्ने लोग आए नाल, असीं कह दिंदा ओ भी, इंग्लिश दे विच आ जांदा टू, TOO, भाव ओ भी नाल। जयदेव त्रिलोचन नामा भगत कबीर, भगत नामदेव कबीर रारे नूं औंकड़ आ गई। भाव एक वचन पुलिंग कबीर जी, उन्हां दी विशेषता हैगी को भगत हैगे ने, सत्ते नूं औंकड़ आ गई। नामदेव जी भगत कबीर जी ये भी दो जने ने। सदा गावें, ये दोनों जने गाउंदे हन। गावें वो वचन आ गया क्योंकि इत्थे दो जणियां दी गल चल रही है। भगत नामदेव ते भगत कबीर जी गा रहे हन, ये दोनों जने गा रहे हन, नामा भगत कबीर। जे उपर तीन जने दे गाण दी गल हुंदी, भगत रविदास भगत जयदेव त्रिलोचन, उत्थे फिर गावें आना सीगा, पर गांदा इक्को ही है। भगत रविदास गाउंदा है, उहदे नाल जयदेव भी ते त्रिलोचन भी, जयदेव भी ते त्रिलोचन भी। होर कौन गांदा है? नामा भगत कबीर, भगत नामदेव ते भगत कबीर जी सदा गावें समलोचन, वो भी सदा गाउंदे हन। समलोचन मैंने, सम कहंदे ने बराबर नूं, लोचन मैंने अखां, भाव जिन्हां दी दृष्टि एक समान है, एक समान दृष्टि दे नाल दोनों गुरु नानक साहब जी गुण गा रहे हैं। भावें इत्थे साहिब सिंह जी ने कहा भी जो अकाल पुरख नूं अपनी नेत्रा नाल सब थाई देख रहा है, इत्थे प्रोफैसर साहिब सिंह ने इस तरह अर्थ कीते ने। भगत बेण गुण रवै सहज आत्म रंग माणै। जोग ज्ञान ध्यान गुर ज्ञान अवर न जाने। भगत बेण रवै, भगत बेण, बेण से भाव बेणी जी, ते संस्कृत रूप होने करके बेण सियारी नाल आ गया, क्योंकि जिहड़े भट्ट हैगे ने ये संस्कृत के माहिर विद्वान ने। इस करके इन्होंने जो भगतां दे गुरु सिवाना दे नाम लए, अपने संस्कृत के लहजे दे विच लए, उस टोन दे विच उन्होंने इनाम लए। इस करके बेण जिहड़ा ओह सियारी दे नाल संस्कृत दे विच होण करके उन्होंने बेण ही किया। कि उस बेण की खूबी की है, विशेषता की है कि वह भगत ने। इस करके एक वचन पुलिंग का विशेषण औंकड़ सहित आ गया भगत। भगत बेण गुण रवै, हुण गुण एक है कि बहुते ने, राणे नूं औंकड़ नहीं लगी, बहुते गुणां नूं रवै, रवै मैंने गाउंदा है। कौन गाउंदा है? भगत बेणी जी उन्हां गुणां नूं गाउंदा है, गुरु नानक साहब की सिफत दे गुणां नूं गाउंदा है। भगत बेण गुण रवै, गाउंदा एक है पर बहुत सारे गुण गाउंदा है, अनेकां गुण गाउंदा है। इस करके गुण बहुवचन आ गया। रवै ओह एक जना गाउण करके रवै एक वचन पुलिंग की क्रिया आ गई। भगत बेण गुण रवै सहज आत्म रंग माणै। सहज दे जज्जे नूं आ गई सियारी, भाव सहज विच, अडोलता विच, टिकाओ विच आत्म रंग माणै। आत्म दे मम्मी नूं औंकड़ नहीं आई, भाव आत्मा दे रंग स्वाद, प्रभु दे स्वाद। इत्थे आत्म रंग, आत्म प्रभु नूं इत्थे किहा, क्योंकि गुरबाणी च बहुत थावां दे विच आत्म लफ्ज़ प्रभु वास्ते आ जांदा है। ਉਹਦਾ ਕਾਰਨ ਇਹ ਹੈ कि गुरु ग्रंथ साहिब की बाणी दे विच रब दे अनेकां नाम ने, पर एक नाम नहीं है जिहड़ा बहुत प्रचलित है, वह है परमात्मा। और प्रोफेसर साहिब सिंह ने जिथे भी अर्थ कीते ने परमात्मा ही लिखिया, परमात्मा परमात्मा परमात्मा। पर
ਗੁਰੂ ਸਾਹਿਬਾਨਾਂ ਨੇ, ਭੱਟਾਂ ਨੇ, ਸਿੱਖਾਂ ਨੇ, ਭਗਤਾਂ ਨੇ ਪ੍ਰਮਾਤਮਾ ਲਫ਼ਜ਼ ਨਹੀਂ ਵਰਤਿਆ। ਪਰਮਾਤਮਾ ਆਇਆ, ਪ੍ਰਾਤਮਾ ਆਇਆ, ਆਤਮਾ ਪ੍ਰਾਤਮਾ। ਉੱਥੇ ਪ੍ਰਾਤਮਾ ਦਾ ਮਤਲਬ ਮੇਰੀ ਆਤਮਾ ਤੇ ਪ੍ਰਾਤਮਾ ਮੈਨੇ ਪਰਾਈ ਆਤਮਾ, ਮੇਰੀ ਆਤਮਾ ਤੇ ਦੂਜੀ ਦੀ ਆਤਮਾ ਇੱਕੋ ਹੀ ਹੈ, ਰੱਬ ਹੈ ਬਸ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੇ। ਇਹ ਬੜੀ ਹੈਰਾਨੀਜਨਕ ਕਥਾ ਹੈ ਕਿ ਦੂਜੇ ਦੀ ਆਤਮਾ ਰੱਬ ਹੈ। ਅਚਰਜ ਕਥਾ ਮਹਾ ਅਨੂਪ। ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਜਿਹੜੀ ਪਰਾਈ ਆਤਮਾ ਹੈ ਉਹ ਰੱਬ ਹੈ। ਪ੍ਰਾਤਮਾ ਲਫ਼ਜ਼ ਆਇਆ, ਪਰਮਾਤਮ ਵੀ ਆਇਆ ਕਿ ਆਤਮ ਨੂੰ ਪਛਾਣਨਾ ਹੀ ਇਹੀ ਪਰਮ ਆਤਮ ਹੈ, ਕਿਤੇ ਵੱਖਰਾ ਨਹੀਂ ਹੈਗਾ ਉਹ। ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਪਰਮਾਤਮਾ ਨਹੀਂ ਆਇਆ। ਕਿਉਂ? ਕਿਉਂਕਿ ਆਤਮਾ ਪਰਮਾਤਮਾ ਦਾ ਕੰਸੈਪਟ ਗੁਰਮਤਿ ਦਾ ਨਹੀਂ ਹੈਗਾ। ਸਨਾਤਨ ਮਤ ਦਾ ਕੰਸੈਪਟ ਹੈਗਾ ਵੀ ਅਸੀਂ ਸਾਰੇ ਆਤਮਾਵਾਂ ਵਾਂ, ਪਰਮ ਆਤਮਾ ਮਹਾਨ ਆਤਮਾ ਵੱਖਰੀ ਹੈ। ਅਸੀਂ ਜਦੋਂ ਪਾਪ ਕਰਾਂਗੇ ਤੇ ਜੂਨਾਂ ਚ ਜਾਵਾਂਗੇ, ਸਾਡੀਆਂ ਆਤਮਾ ਜੂਨਾਂ ਚ ਭਟਕਣਗੀਆਂ। ਜਦੋਂ ਅਸੀਂ ਪੁੰਨ ਕਰਾਂਗੇ ਸਾਡੀ ਆਤਮਾ ਮੁਕਤ ਹੋ ਕੇ ਪਰਮ ਆਤਮਾ ਚ ਅਚੇਤ ਹੋ ਜਾਏਗੀ। ਤਬ ਜਿਉਂਦੇ ਜੀ ਅਸੀਂ ਰੱਬ ਨੂੰ ਨਹੀਂ ਮਿਲ ਸਕਦੇ, ਰੱਬ ਸਾਡੇ ਤੋਂ ਵੱਖਰਾ ਹੈ। ਪਰ ਗੁਰੂ ਸਾਹਿਬਾਨਾਂ ਤੇ ਭਗਤਾਂ ਨੇ ਇੱਕ ਨਵਾਂ ਆਈਡੀਆ ਦੇ ਦਿੱਤਾ ਦੁਨੀਆ ਨੂੰ, ਇੱਕ ਨਵੀਂ ਵਿਚਾਰਧਾਰਾ ਦੇ ਦਿੱਤੀ ਕਿ ਰੱਬ ਤੇ ਸਾਰਿਆਂ ਵਿੱਚ ਹੀ ਆ, ਵੱਖ ਹੈ ਹੀ ਨਹੀਂ ਸਾਡੇ ਤੋਂ। ਪੁੱਛਿਆ ਕਿੱਥੇ? ਕਹਿਣ ਲੱਗੇ ਤੁਹਾਡੀ ਆਤਮਾ ਹੀ ਤੇ ਰਾਮ ਹੈ, ਉਹਦੇ ਚ ਤੇ ਰਮਿਆ ਹੋਇਆ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਆ ਭਰਪੂਰੇ। ਹਰ ਆਤਮ ਦੇ ਵਿੱਚ ਹੀ ਰਾਮ ਹੈ, ਰਾਮ ਮੈਨੇ ਰਮਿਆ ਹੋਇਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਪਸਾਰਾ, ਹਰ ਆਤਮ ਮੈਨੇ ਰੱਬ ਦਾ ਹੀ ਪਸਾਰਿਆ ਸਾਰੀਆਂ ਆਤਮਾਵਾਂ ਵਿੱਚ। ਉਹੀ ਹੈ, ਬਸ ਇੱਕੋ ਹੀ ਆਤਮਾ ਪਰਮ ਜਿਹੜੀ ਸਾਰਿਆਂ ਵਿੱਚ ਹੈ। ਉਸ ਕਰਕੇ ਉਹਨੂੰ ਆਤਮ ਰਾਮ ਕਹਿ ਦਿੱਤਾ। ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਆ। ਰੱਬ ਤੋਂ ਬਿਨਾ ਜਾਣੋ ਹੀ ਨਾ, ਉਹ ਆਤਮ ਹੀ ਰਾਮ ਹੈ। ਇਸ ਕਰਕੇ ਆਤਮ ਰੱਬ ਵਾਸਤੇ ਆ ਜਾਂਦਾ ਹੈ। ਆਤਮ ਰੰਗ ਮਾਣੇ ਭਾਵ ਪ੍ਰਭੂ ਦਾ ਸਵਾਦ ਮਾਣਦਾ ਹੈ। ਸਹਿਜ ਵਿੱਚ ਪ੍ਰਭੂ ਦਾ ਸਵਾਦ ਮਾਣਦਾ ਹੈ। ਭਗਤ ਬੇਣ ਗੁਣ ਰਵੈ, ਉਸਦੇ ਗੁਣਾਂ ਨੂੰ ਭਗਤ ਬੇਣੀ ਗਾ ਰਿਹਾ ਹੈ। ਕਿਸ ਦੇ ਗੁਣਾਂ ਨੂੰ? ਸਹਿਜ ਆਤਮ ਰੰਗ ਮਾਣੇ। ਜਿਹੜਾ ਗੁਰੂ ਨਾਨਕ ਸਹਿਜ ਵਿੱਚ, ਅਡੋਲਤਾ ਵਿੱਚ ਟਿਕ ਕੇ ਆਤਮ ਰੰਗ ਪ੍ਰਭੂ ਦੇ ਮਿਲਾਪ ਦਾ ਸਵਾਦ ਮਾਣੇ ਮੈਨੇ ਮਾਣਦਾ ਹੈ। ਭਾਵ ਜਿਹੜੇ ਗੁਰੂ ਨਾਨਕ ਪਾਤਸ਼ਾਹ ਅਡੋਲ ਟਿਕ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦੇ ਨੇ, ਉਹਨਾਂ ਦੇ ਗੁਣਾਂ ਨੂੰ ਭਗਤ ਬੇਣੀ ਵੀ ਗਾਉਂਦਾ ਹੈ। ਜੋਗ ਗਿਆਨ, ਜੋਗ ਧਿਆਨ ਗੁਰ ਗਿਆਨ। ਜੋਗ ਦੇ ਗੱਗੇ ਨੂੰ ਔਂਕੜ ਨਹੀਂ ਆਈ, ਜੋਗ ਦੇ ਲੁਪਤ ਸੰਬੰਧਕ ਹੋਣ ਕਰਕੇ ਗੱਗੇ ਦੀ ਔਂਕੜ ਕੱਟੀ ਗਈ। ਧਿਆਨ ਦੇ ਨੰਦੇ ਨੂੰ ਸਿਆਰੀ ਆ ਗਈ, ਮੈਨੇ ਧਿਆਨ ਵਿੱਚ। ਜੋਗ ਦੇ ਧਿਆਨ ਵਿੱਚ, ਜੋਗ ਕਹਿੰਦੇ ਨੇ ਮਿਲਾਪ ਨੂੰ। ਤੇ ਜੁਗ ਸ਼ਬਦ ਤੋਂ ਬਣਿਆ। ਜੁਗ ਮੈਨੇ ਦੋ, ਜੋਗ ਮੈਨੇ ਜਿਹੜਾ ਦੋ ਤੋਂ ਇੱਕ ਹੋ ਗਿਆ, ਤੇ ਜੋਗੀ ਮੈਨੇ ਜਿਹੜਾ ਮਿਲਿਆ ਹੋਇਆ ਵੈ। ਜੋਗ ਧਿਆਨ ਮੈਨੇ ਮਿਲਾਪ ਦੇ ਧਿਆਨ ਵਿੱਚ। ਗੁਰ ਗਿਆਨ, ਗੁਰੂ ਦੇ ਗਿਆਨ ਵਿੱਚ। ਇੱਥੇ ਰਾਰੇ ਨੂੰ ਔਂਕੜ ਨਹੀਂ ਆਈ, ਗੁਰੂ ਦੇ ਵਿਚਕਾਰ ਲੁਪਤ ਸੰਬੰਧ ਕੀ ਆ ਗਿਆ। ਜਦੋਂ ਅਸੀਂ ਪੜ੍ਹਦੇ ਹਾਂ ਗੁਰ ਪ੍ਰਸਾਦ, ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਈ, ਭਾਵ ਗੁਰੂ ਦੇ ਪ੍ਰਸਾਦ ਦੇ ਦੱਦੇ ਨੂੰ ਸਿਆਰੀ ਆ ਗਈ, ਮੈਨੇ ਪ੍ਰਸਾਦ ਨਾਲ। ਗੁਰੂ ਦੇ ਪ੍ਰਸਾਦ ਨਾਲ ਜਾਂ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦੁਆਰਾ। ਏਦਾਂ ਹੀ ਗੁਰ ਗਿਆਨ, ਗੁਰੂ ਦੇ ਗਿਆਨ ਵਿੱਚ, ਗੁਰੂ ਦੇ ਗਿਆਨ ਦੁਆਰਾ। ਜੋਗ ਧਿਆਨ ਪ੍ਰਭੂ ਦੇ ਮਿਲਾਪ ਦੇ ਧਿਆਨ ਵਿੱਚ। ਗੁਰ ਗਿਆਨ ਗੁਰੂ ਦੇ ਗਿਆਨ ਦੁਆਰਾ। ਬਿਨਾ ਪ੍ਰਭ, ਪ੍ਰਭੂ ਤੋਂ ਬਿਨਾ। ਇੱਥੇ ਪ੍ਰਭ ਦੀ ਔਂਕੜ ਤਾਂ ਨਹੀਂ ਆਈ, ਰੱਬ ਤੇ ਇੱਕ ਵਚਨ ਪੁਲਿੰਗ ਹੈ, ਆਉਣੀ ਚਾਹੀਦੀ ਸੀ। ਪਰ ਬਿਨਾ ਜਿਹੜਾ ਸੰਬੰਧਕ ਹੈ ਨਾ, ਉਹ ਪ੍ਰਭੂ ਦੇ ਨਾਲ ਰਿਲੇਟਡ ਹੈਗਾ। ਇਸ ਕਰਕੇ ਜੋਗ ਧਿਆਨ ਤੋਂ ਬਾਅਦ ਪੌਜ਼ ਹੈਗਾ, ਰੁਕਣਾ ਹੈ, ਅਰਧ ਵਿਸਰਾਮ। ਗੁਰ ਗਿਆਨ ਇੱਥੇ ਫਿਰ ਰੁਕਣਾ ਪਏਗਾ। ਬਿਨਾ ਪ੍ਰਭ, ਬਿਨਾ ਪ੍ਰਭ ਉਸ ਤੋਂ ਬਾਅਦ ਫਿਰ ਰੁਕਣਾ ਪਏਗਾ। ਭਾਵ ਪ੍ਰਭੂ ਬਿਨਾ, ਮਾਲਕ ਬਿਨਾ, ਰੱਬ ਤੋਂ ਬਿਨਾ, ਬਿਨਾ ਪ੍ਰਭ ਅਵਰ ਨਾ ਜਾਣੇ। ਉਹ ਪ੍ਰਭੂ ਤੋਂ ਬਿਨਾ ਗੁਰੂ ਨਾਨਕ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਦੀ ਗੱਲ ਚੱਲ ਰਹੀ ਹੈ। ਉਹ ਗੁਰੂ ਨਾਨਕ ਸਾਹਿਬ ਜਿਹੜੇ ਜੋਗ ਧਿਆਨ ਪ੍ਰਭੂ ਦੇ ਮਿਲਾਪ ਵਿੱਚ ਜਿਹੜੇ ਜੁੜੇ ਨੇ। ਗੁਰ ਗਿਆਨ, ਗੁਰੂ ਦੇ ਗਿਆਨ ਰਾਹੀਂ ਜਿਹੜੇ ਪ੍ਰਭੂ ਦੇ ਮਿਲਾਪ ਵਿੱਚ ਜੁੜੇ ਨੇ। ਬਿਨਾ ਪ੍ਰਭ ਅਵਰ ਨਾ ਜਾਣੇ, ਪ੍ਰਭੂ ਤੋਂ ਬਿਨਾ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਹਨ। ਸੁਖਦੇਵ ਪ੍ਰੀਖਿਤ ਗੁਣ ਰਵੈ, ਗੌਤਮ ਰਿਖ ਜਸ ਗਾਇਓ। ਕਬ ਕਲ ਸੁਜਸ ਨਾਨਕ ਗੁਰ, ਨਿਤ ਨਵ ਤਨ ਜਗ ਛਾਇਓ।
सुखदेव परीक्षित, सुखदेव मैंने सुखदेव ऋषि, परीक्षित एक वचन पुलिंग होने करके तत्ती औंकड़ आ गई। खखे दे पैर दे विच अद्धा यईया है। ਜਦੋਂ भी किसी अखर के पैर विच अद्धा यईया आउंदा है, ਉਹਦਾ उचारण किवें होएगा? ਉਹਦੇ उचारण करन वास्ते जिस अखर के पैर विच अद्धा यईया आवे उस अखर नूं सिहारी लगा दिओ ते अगे लगा दिओ ऐड़ा। अद्धे यईये दी आवाज निकल आएगी। परी खिया, खखे नूं सिहारी लग गई, अगे लग गया ऐड़ा, प्रीखियत, प्रीखियत। ये परीक्षित तो बने इस करके पैर च यईया लग गया। परीक्षित नूं पंजाबी च परीक्षित लिख दिता गया। जिवें असीं पढ़दे हां, सिमरों सिमर सिमर सुख पावों, कल कलेश तन माहे मिटावों, सिमरों जास दिसंबर एक है, नाम जपत अगणत अनेक है, वेद पुराण सिमरत सुदाखियर। उत्थे खखे दे पैर च अद्धा यईया हैगा ते उचारण किवें होएगा? खखे नूं लग जाएगी सिहारी, अगे लग जाएगा ऐड़ा, खिय सुदाखियर। किन्ने राम नाम एक आखियर, उत्थे फिर खखे दे पैर च यईया हैगा। ऐड़े नूं करना, जे खखे दे पैर च यईया ते खखे नूं लग जाएगी सिहारी, अगे लग जाएगा ऐड़ा, खियर आखियर। किन्ने राम नाम एक अक्षर। इस तरह परीक्षित, इन्हू परीक्षित पढ़ना गलत है, परीक्षित पढ़ना पड़ेगा। खखे नूं सिहारी ते अगे ऐड़ा। सुखदेव परीक्षित गुण रवै, सुखदेव भी ते परीक्षित भी गुणां नूं गाउंदा हैगा है। सुखदेव भी गाउंदा हैगा है ते परीक्षित भी भाव परीक्षित भी गाउंदा हैगा है। जिहड़ा ये अभिमन्यु दा पुत्र होया ते अर्जुन दा पोतरा होया। भाव सुखदेव ऋषि गुरु नानक दे गुण गा रहा है, राजा परीक्षित भी गुरु नानक साहब दे गुणां नूं गा रहा है। गौतम मृख जस गायो, जिहड़ा गौतम ऋषि हैगा वै वो भी गौतम ऋषि ने भी जस गाया है। इत्थे भी होण करके अव्यय आ गया भी, इस करके गौतम दे मम्मी दी औंकड़ उड़ गई। गौतम भी जिहड़ा लिखी गया जस गायो वो भी जस गाउंदा है। कब कल सुजस नानक गुर नित नवतन जग छायो। कब मैंने कवि, कवि होने करके बब्बा जिहड़ा अपनी मौलिक सिहारी नाल लेके आया। जो कवि लिखा जाता है उदों कक्का वावे नूं सिहारी हिंदी विच संस्कृत विच सिहारी नाल आउंदा है। पंजाबी च असीं कवि बिहारी नाल पा दिंदे आ, पर संस्कृत ते हिंदी जिहड़ा मौलिक शब्द हैगा वो कव हैगा। इस करके कव जिहड़ा वावे नूं सिहारी पंजाबी च वावा बब्बा बन जांदा है। कब कल भाव कवि जिहड़ा कल हैगा, कल सहार कवि, वो की कहंदा वे? इत्थे इत्थे संबोधन आ गया, हे कल सहार कवि। इसे करके कल दे लल्ले नूं औंकड़ नहीं आई, क्योंकि संबोधन आ गया। जिथे संबोधन आ जाता है उत्थे एक वचन पुलिंग नाम दी आखिरी दी औंकड़ उड़ जाती है। कब कल भाव हे कवि कल सहार, सुजस नानक गुर। सुजस मैंने सिफत, सुजस ससे नूं औंकड़ नाल आ गया एक वचन पुलिंग, सोहना जस। सुजस मैंने सोहना जस। नानक गुर, गुरु नानक दा लुप्त संबंधक होने करके नानक दे कक्के दी औंकड़ ते गुर दे रारे दी औंकड़ नहीं आई। भाव गुरु दा, नानक दा, भाव गुरु नानक दा सोहना जस। कब कल सुजस नानक गुर, हे कवि कह, हे कल सार कवि। सुजस नानक गुर, गुरु नानक दा सोहना जस। नित नवतन जग छायो, नित मैंने हर रोज, नवतन मैंने नवा तन, भाव नवेला नवा बिल्कुल। जग, जग दे गगन सिहारी आ गई, जग विच छायो। भाव गुरु नानक साहब जी दा सोहना जस पूरे जगत विच छाया होया है, प्रभाव देने वाला है। इत्थे तो क्योंकि 8 सवैये, 9वां सवैया शुरू है। गुण गावे पयाल भगत नागाद भुयंगम, महादेव गुण रवै सदा जोगी जत जंगम। गुण गावे मुन व्यास, जिन वेद व्याकरण विचारे। ब्रह्मा गुण उच्चरै, जिन हुक्म सब सृष्ट सवारी। ब्रह्मांड खंड पूर्ण ब्रह्म, गुण निर्गुण सम जानियो। जप कल सुजस नानक गुर, सहज जोग जिन मानियो। गुण गावे पायाल, गुण बहुते ने, गावे गाउंदे हन,
ਕੌਣ ਕੌਣ ਗਾਉਂਦੇ ਹਨ? ਪਯਾਲ, ਇੱਥੇ ਲੱਲੇ ਨੂੰ ਆ ਗਈ ਸਿਹਾਰੀ, ਪਤਾਲ ਵਿੱਚ। ਸਿਹਾਰੀ ਕਰ ਕੀ ਅਰਥ ਦੇਗੀ? ਵਿੱਚ ਦਾ। ਪਯਾਲ ਮੈਨੇ ਪਤਾਲ, ਸਿਹਾਰੀ ਦਾ ਮਤਲਬ ਵਿੱਚ, ਪਤਾਲ ਵਿੱਚ। ਪਤਾਲ ਵਿੱਚ ਗੁਣਾਂ ਨੂੰ ਗਾਉਂਦੇ ਹਨ। ਗੁਣ ਵੀ ਬਹੁਤੇ ਨੇ, ਗਾਵੇਂ ਗਾਣ ਵਾਲੇ ਵੀ ਜ਼ਿਆਦਾ ਨੇ। ਜੇ ਹੁੰਦਾ ਗਾਵੇ ਵਾਵੇ ਨੂੰ ਤਲਾਵਾਂ ਨਾਲ, ਫਿਰ ਇੱਕ ਹੋਣਾ ਸੀ ਗਾਉਣ ਵਾਲਾ, ਪਰ ਵਾਵਾ ਹਾਹਿਨ ਸਿਹਾਰੀ ਬਹੁਵਚਨ ਆ ਗਿਆ ਗਾਵੇਂ, ਇਹਦਾ ਮਤਲਬ ਬਹੁਤੇ ਜਣੇ ਗਾ ਰਹੇ ਨੇ। ਗੁਣ ਵੀ ਬਹੁਤੇ ਨੇ, ਗਾ ਵੀ ਬਹੁਤੇ ਰਹੇ ਨੇ। ਕਿੱਥੇ ਬਹਿ ਕੇ ਗਾ ਰਹੇ ਨੇ? ਪਤਾਲ ਦੇ ਵਿੱਚ ਬਹਿ ਕੇ ਗਾ ਰਹੇ ਨੇ। ਤੇ ਪਤਾਲ ਵਿੱਚ ਕੌਣ ਹੁੰਦਾ ਵੈ? ਪਤਾਲ ਵਿੱਚ ਹੁੰਦੇ ਨੇ ਸੱਪ, ਨਾਗ ਆਦਿ। ਇੱਥੇ ਪਤਾਲ ਦਾ ਮਤਲਬ ਇਹ ਵੀ ਕਹਿ ਸਕਦੇ ਹਾਂ ਵੀ ਧਰਤੀ ਹੇਠਾਂ ਜਿਵੇਂ ਚੂਹੇ ਰਹਿੰਦੇ ਨੇ, ਸੱਪ ਰਹਿੰਦੇ ਨੇ, ਇਹਨਾਂ ਨੂੰ ਕੀੜੇ ਮਕੌੜੇ ਰਹਿੰਦੇ ਨੇ, ਅਸੀਂ ਕਹਿੰਦੇ ਪਤਾਲ 'ਚ ਰਹਿੰਦੇ ਨੇ। ਪਤਾਲ ਮੈਨੇ ਮਿੱਟੀ ਤੋਂ ਥੱਲੇ ਦੇ ਵਸਣ ਵਾਲੇ ਜੀਵ। ਤੇ ਦੂਜਾ, ਸਮੁੰਦਰ ਦੇ ਜਿਹੜੇ ਜੀਵ ਨੇ ਉਹ ਵੀ ਪਤਾਲ ਮੰਨੇ ਗਏ ਨੇ। ਭਾਵ ਜਿਹੜੇ ਸਾਗਰ ਦੇ ਜੀਵ ਹੁੰਦੇ ਨੇ ਉਹਨਾਂ ਨੂੰ ਵੀ ਕਈ ਕੋਟ ਪਾਤਾਲ ਕੇ ਵਾਸੀ, ਭਾਵ ਕਈ ਕਰੋੜਾਂ ਹੀ ਪਤਾਲ ਕੇ ਵਾਸੀ ਮੈਨੇ ਜ਼ਮੀਨ ਤੋਂ ਥੱਲੇ, ਜਿਹੜਾ ਸਮੁੰਦਰ ਹੈ ਜ਼ਮੀਨ ਤੋਂ ਥੱਲੇ ਕੀ ਹੈ? ਪਾਣੀ ਹੈ। ਤੇ ਪਾਣੀ ਵਿੱਚ ਵਸਣ ਵਾਲੇ ਜਿਹੜੇ ਜੀਵ ਨੇ ਉਹ ਹੈਗੇ ਨੇ ਸਮੁੰਦਰ ਦੇ ਜੀਵ। ਕਈ ਕੋਟ ਪਾਤਾਲ ਕੇ ਵਾਸੀ। ਹੁਣ ਇਹ ਜਿਹੜੇ ਸਮੁੰਦਰ ਦੇ ਜੀਵ ਨੇ ਇਹਨਾਂ ਨੂੰ ਵੀ ਅਸੀਂ ਪਤਾਲ ਕੇ ਵਾਸੀ ਕਹਿ ਸਕਦੇ ਹਾਂ। ਜਿਹੜੇ ਸਮੁੰਦਰ ਵਿੱਚ ਦੋ ਤਰ੍ਹਾਂ ਦਾ ਜੀਵਨ ਹੁੰਦਾ ਵੈ। ਇੱਕ ਤਾਂ ਉੱਪਰਲੇ ਸਤ੍ਹਾ ਤੇ ਰਹਿਣ ਵਾਲੇ ਹੁੰਦੇ ਨੇ, ਜਿੱਥੇ ਫੋਟੋਸਿੰਥੈਟਿਕ ਜੀਵਨ ਹੁੰਦਾ ਹੈ। ਫੋਟੋਸਿੰਥੈਟਿਕ ਜੀਵਨ ਮਾਨੇ ਜਿੱਥੇ ਸੂਰਜ ਦੀ ਰੋਸ਼ਨੀ ਨਾਲ ਪ੍ਰਭਾਵਿਤ ਜੀਵਨ ਹੋਵੇ। ਉੱਪਰਲੇ ਜੀਵਾਂ ਨੂੰ ਸੂਰਜ ਦੀ ਰੋਸ਼ਨੀ ਚਾਹੀਦੀ ਹੈ, ਉੱਥੇ ਰਹਿੰਦੇ ਨੇ। ਦੂਜਾ ਹੁੰਦਾ ਹੈ ਕੀਮੋਸਿੰਥੈਟਿਕ ਜੀਵਨ। ਕੀਮੋਸਿੰਥੈਟਿਕ ਮਾਨੇ ਉਹ ਵਾਲੇ ਜੀਵ ਉਸ ਵਾਤਾਵਰਨ ਦੇ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ, ਭਾਵ ਸਮੁੰਦਰ ਦੀ ਹੇਠਲੀ ਤਹਿ, ਜਿਹਨੂੰ ਅਸੀਂ ਪਤਾਲ ਕਹਿ ਲਈਏ ਤੇ ਠੀਕ ਰਹੇਗਾ। ਖੈਰ, ਪਤਾਲ, ਪਯਾਲ ਮੈਨੇ ਪਤਾਲ ਵਿੱਚ, ਲੱਲੇ ਨੂੰ ਸਿਹਾਰੀ ਆ ਗਈ ਵਿੱਚ। ਗੁਣ ਗਾਵੇਂ ਪਯਾਲ, ਉੱਥੇ ਕੌਣ ਰਹਿੰਦੇ ਨੇ? ਸੱਪ ਵਗੈਰਾ ਰਹਿੰਦੇ ਨੇ ਖੁੱਡਾਂ ਦੇ ਵਿੱਚ। ਭਗਤ ਨਾਗਾਦ ਭਯੰਗਮ, ਨਾਗ ਆਦਿਕ ਭਾਵ ਸੱਪ ਆਦਿਕ। ਭਯੰਗਮ ਮੈਨੇ ਸੱਪ, ਇੱਥੇ ਨਾਗ ਆਦਿਕ ਮੈਨੇ ਸ਼ੇਸ਼ ਨਾਗ ਆਦਿਕ, ਭਯੰਗਮ ਆਦਿਕ। ਕਿਉਂਕਿ ਸਨਾਤਨ ਮਤ ਦੇ ਲੋਕ ਮੰਨਦੇ ਨੇ ਕਿ ਸ਼ੇਸ਼ ਨਾਗ ਦੇ 100 ਫਣ ਨੇ, ਇੱਕ ਫਣ ਨਾਲ 1000 ਫਣ ਨੇ, ਇੱਕ ਫਣ ਦੇ ਨਾਲ ਇੱਕ ਨਵਾਂ ਨਾਮ ਉਹ ਰਚਦਾ ਹੈ। ਤੇ ਭਟਕਲ ਸਹਾਰ ਕਰਨ ਲੱਗੇ, ਮੈਨੂੰ ਤੇ ਏਦਾਂ ਲੱਗਦਾ ਵੀ ਜਿਹੜਾ ਸ਼ੇਸ਼ ਨਾਗ ਹੈ ਨਾ 1000 ਫਣਾਂ ਵਾਲਾ, ਉਹ ਵੀ ਇੱਕ ਇੱਕ ਫਣ ਨਾਲ ਗੁਰੂ ਨਾਨਕ ਦੀ ਸਿਫਤ ਕਰ ਰਿਹਾ ਹੈ। ਨਾਗਾਦ ਮੈਨੇ ਨਾਗ ਆਦਿਕ, ਬਹੁਤੇ ਨਾਗ। ਭਯੰਗਮ ਮੈਨੇ ਇੱਥੇ ਮੰਮੀ ਨੂੰ ਔਂਕੜ ਨਹੀਂ ਹੈਗੀ, ਬਹੁਤੇ ਸੱਪ। ਹੁਣ ਇਹ ਸਾਰੇ ਨੇ ਤੇ ਰਹਿੰਦੇ ਵੀ ਜ਼ਮੀਨ ਦੇ ਵਿੱਚ ਨੇ, ਖੁੱਡਾਂ ਦੇ ਵਿੱਚ ਨੇ, ਇਸ ਕਰਕੇ ਸਾਰੇ ਗਾਉਂਦੇ ਹਨ। ਇੱਥੇ ਭਗਤ ਨਾਗਾਦ ਆਦਿਕ, ਭਗਤ ਕਿਉਂਕਿ ਬਹੁਵਚਨ ਪੁਲਿੰਗ ਹੈਗਾ ਨਾਗਾਦ ਤੇ ਭਯੰਗਮ ਆਦਿਕ ਦਾ, ਇਸ ਕਰਕੇ ਤੱਤੇ ਦੀ ਔਂਕੜ ਕੱਟੀ ਗਈ। ਭਾਵ ਨਾਗ ਆਦਿਕ ਤੇ ਹੋਰ ਸਰਪਾਲਕ ਜਿਹੜੇ ਭਗਤ ਨੇ ਉਹ ਵੀ ਗੁਰੂ ਨਾਨਕ ਦੇ ਗੁਣਾਂ ਨੂੰ ਗਾ ਰਹੇ ਨੇ, ਕਿਉਂਕਿ ਉਹ ਲੋਕ ਮੰਨਦੇ ਨੇ ਵੀ ਸੱਪ ਵੀ ਬੋਲਦਾ ਹੈ। ਉਹਨਾਂ ਦੀ ਰੀਤੀ ਕਹਿ ਲਓ ਜਾਂ ਉਹਨਾਂ ਦਾ ਵਿਸ਼ਵਾਸ ਕਹਿ ਲਓ, ਉਹਨਾਂ ਦੇ ਬਲੀਫ ਹੈਗੇ ਨੇ ਇਹ। ਇਸ ਕਰਕੇ ਉਹਨਾਂ ਨੇ ਆਪਣੇ ਬਲੀਫ ਦੇ ਮੁਤਾਬਕ ਜੋ ਉਹ ਵਿਸ਼ੇਸ਼ਣ ਦੂਜਿਆਂ ਵਾਸਤੇ ਵਰਤਦੇ ਹੁੰਦੇ ਸੀਗੇ, ਅੱਜ ਉਹ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਵਰਤ ਰਹੇ ਨੇ। ਕਿ ਜਿਹੜੇ ਨਾਗ ਆਦਿਕ, ਸੱਪ ਆਦਿਕ ਭਗਤ ਹੈਗੇ ਨੇ ਉਹ ਵੀ ਪਤਾਲ ਵਿੱਚ ਬੈਠੇ ਗੁਰੂ ਨਾਨਕ ਦੇ ਗੁਣਾਂ ਨੂੰ ਗਾ ਰਹੇ ਹਨ। ਮਹਾਦੇਵ ਗੁਣ ਰਵੈ, ਮਹਾਦੇਵ ਮੈਨੇ ਸ਼ਿਵ, ਸ਼ਿਵ ਜਿਹੜਾ ਉਹ ਵੀ ਗੁਣਾਂ ਨੂੰ ਰਵੈ ਮੈਨੇ ਬੋਲਦਾ ਹੈ, ਗਾ ਰਿਹਾ ਹੈ। ਸਦਾ ਜੋਗੀ ਜਤ ਜੰਗਮ, ਜੰਗਮ ਜਿਹੜਾ 6 ਭੇਖਾਂ ਦੇ ਚੋਂ ਭੇਖ ਹੈਗਾ। ਜਤ ਮੈਨੇ ਜਤੀ ਲੋਕ, ਜੰਗਮ ਲੋਕ। ਆ ਜਿਹੜੇ ਅਨੇਕਾਂ ਜੋਗੀ ਨੇ, ਜਤੀ ਨੇ, ਜੰਗਮ ਨੇ, ਇਹ ਵੀ ਸਦਾ ਗੁਰੂ ਨਾਨਕ ਦੇ ਗੁਣਾਂ ਨੂੰ ਗਾਉਂਦੇ ਹਨ। ਗੁਣ ਗਾਵੇ ਮੁਨ ਬਿਆਸ, ਜਿਨ ਵੇਦ ਵਿਆਕਰਨ ਵਿਚਾਰੇ। ਗੁਣ ਗਾਵੇ, ਕੌਣ ਗੁਣ ਗਾਉਂਦਾ? ਹੋਰ ਇੱਕ ਜਣਾ ਹੈ ਗਾਵੇ, ਤੇ ਗੁਣ ਹੈਗੇ ਬਹੁਤੇ। ਬਹੁਤਿਆਂ ਗੁਣਾਂ ਨੂੰ ਇੱਕ ਜਣਾ ਗਾਉਂਦਾ ਹੈ। ਉਹ ਕੌਣ ਹੈ ਇੱਕ ਜਣਾ? ਮੁਨ ਬਿਆਸ। ਮੁਨ ਮੈਨੇ ਮੁਨੀ। ਮੁਨ ਨੰਨਾ ਦੀ ਸਿਹਾਰੀ ਜਿਹੜੀ ਹੈ ਇਹ ਮੌਲਿਕ ਸਿਹਾਰੀ, ਜਿਹੜਾ ਆਪਣੇ ਸੰਸਕ੍ਰਿਤ ਦੇ ਵਿੱਚੋਂ ਇਹ ਮੁਨੀ ਨਾਲ ਲੈ ਕੇ ਆਇਆ ਸ਼ਬਦ। ਮੁਨ ਜਿਹੜਾ ਨੰਨੇ ਨੂੰ ਸਿਹਾਰੀ ਵਾਲਾ ਸ਼ਬਦ ਮੌਲਿਕ ਸਿਹਾਰੀ ਵਾਲਾ, ਇਹ ਮੌਲਿਕ ਸ਼ਬਦ ਆਪਣੇ ਮੂਲ ਤੋਂ ਇਹ ਸਿਹਾਰੀ ਨਾਲ ਹੀ ਲੈ ਕੇ ਆਇਆ, ਜਿਹਨੂੰ ਅਸੀਂ ਮੁਨੀ ਕਹਿੰਦੇ ਆ। ਸੰਸਕ੍ਰਿਤ ਵਿੱਚ, ਹਿੰਦੀ ਵਿੱਚ ਮੁਨ ਲਿਖਿਆ ਜਾਂਦਾ ਹੈ ਸਿਹਾਰੀ ਨਾਲ, ਐਜ਼ ਇਟ ਇਜ਼ ਸ਼ਬਦ ਆ ਗਿਆ ਹੈ ਬਿਆਸ। ਹੁਣ ਦੇਖੋ ਬਿਆਸ, ਬੱਬੇ ਦੇ ਪੈਰ 'ਚ ਅੱਧਾ ਯਈਆ ਆ ਗਿਆ। ਹੁਣ ਇਹਦਾ ਉਚਾਰਨ ਕਿਵੇਂ ਕਰੀਏ ਜੀ? ਬੱਬੇ ਨੂੰ ਲੱਗ ਜਾਏਗੀ ਸਿਹਾਰੀ, ਅੱਗੇ ਲੱਗ ਜਾਏਗਾ ਐੜਾ, ਤੇ ਕੰਨਾ ਲੱਗ ਜਾਏਗਾ ਐੜੇ ਨੂੰ ਬਿਆਸ। ਇਹ ਬਣ ਜਾਊਗਾ ਬਿਆਸ। ਇਹਨੂੰ ਬਾਸ ਨਹੀਂ ਬੋਲਣਾ। ਬੇ ਬੱਬੇ ਨੂੰ ਸਿਹਾਰੀ, ਅੱਗੇ ਲੱਗ ਗਿਆ ਐੜਾ,
ਕੰਨਾ ਲੱਗ ਗਿਆ ਐੜੇ ਨੂੰ ਬਿਆਸ। ਗੁਣ ਗਾਵੇ ਮੁਨ ਬਿਆਸ, ਭਾਵ ਵਿਆਸ ਮੁਨੀ ਵੀ ਅਨੇਕਾਂ ਗੁਣਾਂ ਨੂੰ ਗਾਉਂਦਾ ਹੈ। ਉਹ ਕੌਣ ਹੈ ਜੀ? ਕਹਿਣ ਲੱਗੇ ਜਿਨ ਵੇਦ ਵਿਆਕਰਣ ਵਿਚਾਰੇ। ਇੱਥੇ ਰਾਰੇ ਦੀ ਸਿਹਾਰੀ ਦੇ ਨਾਲ ਐੜਾ ਮੁਕਤ ਹੈ, ਆਵਾਜ਼ ਲਮਕ ਜਾਏਗੀ ਵਿਚਾਰੇ। ਪਰ ਮੈਂ ਇੱਥੇ ਥੋੜੀ ਜਿਹੀ ਆਪ ਜੀ ਨੂੰ ਇਨਫੋਰਮੇਸ਼ਨ ਦੇ ਦਿਆਂ। ਜਿਹੜੀਆਂ ਪ੍ਰਮਾਣਿਕ ਹੱਥ ਲਿਖਤ ਬੀੜਾਂ ਸਿੱਖ ਕੌਮ ਨੇ ਸਾਂਭੀਆਂ ਹੋਈਆਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ, ਉੱਥੇ ਐੜੇ ਨੂੰ ਕੰਨਾ ਲੱਗਿਆ ਹੋਇਆ ਹੈ, ਵਿਚਾਰੇ ਆ ਲਿਖਿਆ ਹੋਇਆ, ਇਦਾਂ ਹੀ ਸਵਾਰੀ ਆ ਲਿਖਿਆ ਹੋਇਆ, ਐੜੇ ਨੂੰ ਦੋਨਾਂ ਥਾਵਾਂ ਤੇ ਕੰਨਾ ਪਾਇਆ ਹੋਇਆ। ਜਿਹੜੀਆਂ ਹੱਥ ਲਿਖਤ ਪ੍ਰਾਚੀਨ ਪ੍ਰਮਾਣਿਕ ਬੀੜਾਂ ਕੌਮ ਨੇ ਸਾਂਭੀਆਂ ਹੋਈਆਂ ਨੇ ਉਹਨਾਂ ਵਿੱਚ ਐੜੇ ਨੂੰ ਕੰਨਾ ਹੈ। ਪਰ ਇੱਥੇ ਦੋਨਾਂ ਹੀ ਸ਼ਬਦਾਂ ਵਿੱਚ ਵਿਚਾਰੇ ਤੇ ਸਵਾਰੀ ਐੜੇ ਨੂੰ ਕੰਨਾ ਨਹੀਂ ਲੱਗਿਆ ਹੋਇਆ। ਇਸ ਕਰਕੇ ਇਹਦਾ ਉਚਾਰਨ ਇਦਾਂ ਹੀ ਸੱਜਣ ਕਰਦੇ ਨੇ, ਵਿਚਾਰੇ। ਰੇ ਦੀ ਆਵਾਜ਼ ਲਮਕ ਗਈ, ਜਿਵੇਂ ਕੇ ਪਟ ਭਾਂਡਾ ਕਹੇ ਨਾ ਕੋਈ, ਘੱਗੇ ਨੂੰ ਸਿਆਰੀ ਐੜਾ। ਜਦੋਂ ਆਵਾਜ਼ ਲਮਕਾਣੀ ਹੋਵੇ ਉਦੋਂ ਐੜਾ ਲੱਗ ਜਾਂਦਾ ਹੈ। ਜੀ ਲੈ ਫਿਰਦੇ ਜੱਜੇ ਬਿਹਾਰੀ ਐੜਾ ਜੀ, ਅਸੀਂ ਜੀਆ ਨਹੀਂ ਪਾਠ ਕਰਦੇ ਉਹਦਾ। ਛੇ ਘਰ ਛੇ ਗੁਰ, ਅਸੀਂ ਛਿਆ ਛਿਆ ਨਹੀਂ ਬੋਲਦੇ, ਛੇ ਸਿਆਰੀ ਐੜਾ। ਸਿਆਰੀ ਦੀ ਆਵਾਜ਼ ਲਮਕ ਜਾਏਗੀ, ਛੇ ਘਰ ਛੇ ਗੁਰ। ਇਦਾਂ ਵਿਚਾਰੇ। ਜਿਨ, ਜਿਨ ਮੈਨੇ ਜਿਸ ਨੇ। ਮੈਂ ਪਿਛਲੀ ਵਾਰ ਵੀ ਮੈਨੂੰ ਯਾਦ ਹੈ ਦੱਸਿਆ ਸੀ ਕਿ ਜਿਨ, ਤਿੰਨ, ਉਨ, ਇਨ ਤੇ ਕਿਨ, ਇਹ 5 ਸ਼ਬਦ ਐਸੇ ਨੇ ਜੇ ਨੰਨੇ ਨੂੰ ਸਿਹਾਰੀ ਨਾਲ ਆ ਜਾਣ ਤੇ ਇੱਕ ਵਾਸਤੇ ਹੁੰਦੇ ਨੇ, ਇੱਕ ਵਚਨ। ਜੇ ਨੰਨਾ ਮੁਕਤਾ ਦੇ ਨਾਲ ਆ ਜਾਣ ਫਿਰ ਬਹੁ ਵਚਨ, ਬਹੁਤਿਆਂ ਵਾਸਤੇ ਹੁੰਦੇ ਨੇ। ਜਿਨ, ਤਿੰਨ, ਕਿਨ, ਉਨ ਤੇ ਇਨ। ਜਿਨ ਮੈਨੇ ਜਿਸ ਨੇ। ਜਿਸ ਨੇ ਕੀ ਕੀਤਾ? ਵੇਦਾਂ ਦੀ ਵਿਆਕਰਨ ਅਨੁਸਾਰ ਵਿਚਾਰ ਕੀਤੀ। ਵੇਦ ਬਹੁਤੇ ਨੇ ਨਾ, ਦੱਦੇ ਨੂੰ ਔਂਕੜ ਨਹੀਂ ਆਈ। ਵੇਦਾਂ ਨੂੰ ਵਿਆਕਰਨ ਦੁਆਰਾ ਦੁਪਤ ਸੰਬੰਧਕ ਹੋਣ ਕਰਕੇ ਨਾਣੇ ਨੂੰ ਔਂਕੜ ਨਹੀਂ ਆਈ। ਵੇਦ ਬਹੁਵਚਨ ਹੋਣ ਕਰਕੇ ਦੱਦੇ ਨੂੰ ਔਂਕੜ ਨਹੀਂ ਆਈ। ਵਿਚਾਰੇ ਮੈਨੇ ਵਿਚਾਰਿਆ। ਇਸੇ ਕਰਕੇ ਪ੍ਰਾਚੀਨ ਬੀੜਾਂ ਦੇ ਵਿੱਚ, ਹੱਥ ਲਿਖਤ ਬੀੜਾਂ 'ਚ ਐੜੇ ਨੂੰ ਕਰਨਾ ਹੈ, ਜਿਹਨੇ ਵੇਦਾਂ ਨੂੰ ਵਿਆਕਰਨ ਦੁਆਰਾ ਵਿਚਾਰਿਆ। ਪਰ ਇੱਥੇ ਵਿਚਾਰੇ ਐੜੇ ਨੂੰ ਕਰਨਾ ਇੱਥੇ ਪ੍ਰਿੰਟਡ ਬੀੜਾਂ ਵਿੱਚ ਨਹੀਂ ਹੈਗਾ। ਬ੍ਰਹਮਾ ਗੁਣ ਉਚਰੈ। ਬ੍ਰਹਮਾ ਵੀ ਜਿਹੜਾ ਹੈ, ਕਿਉਂਕਿ ਇੱਕ ਹੈਗਾ ਇਸ ਕਰਕੇ ਉਚਰੈ ਆ ਗਿਆ, ਉਚਰਦਾ ਹੈ। ਜੇ ਬ੍ਰਹਮਾ ਬਹੁਤੇ ਹੁੰਦੇ ਫਿਰ ਉਚਰੈ ਆ ਜਾਣਾ ਸੀ, ਰਾਰਾ ਹਾਹੇ ਸਿਹਾਰੀ। ਪਰ ਬ੍ਰਹਮਾ ਕਿਉਂਕਿ ਇੱਕ ਇਸ ਕਰਕੇ ਉਚਰੈ, ਉਹਦੀ ਕਿਰਿਆ ਇੱਕ ਵਚਨ ਦੇ ਰੂਪ ਚ ਆ ਗਈ। ਬ੍ਰਹਮਾ ਵੀ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਉਚਾਰ ਰਿਹਾ ਹੈ। ਉਹ ਵੀ ਉਚਾਰਦਾ ਹੈ, ਗੁਣ ਬਹੁਤੇ ਨੇ ਪਰ ਉਚਾਰਨ ਵਾਲਾ ਇੱਕੋ ਹੀ ਹੈ। ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ। ਜਿਨੇ, ਜਿਸ ਨੇ, ਇੱਥੇ ਫਿਰ ਜਿਨ ਨੰਨੇ ਨੂੰ ਸਿਹਾਰੀ ਆ ਗਈ, ਭਾਵ ਇੱਕ ਜਣੇ ਦੀ ਗੱਲ ਹੈ। ਉਹ ਬ੍ਰਹਮਾ, ਕਿਹੜਾ ਬ੍ਰਹਮਾ ਜੀ? ਜਿਸ ਨੇ ਹੁਕਮ ਦੇ ਮਮੇ ਨੂੰ ਸਿਹਾਰੀ ਆ ਗਈ, ਹੁਕਮ ਵਿੱਚ ਸਭ ਸ੍ਰਿਸ਼ਟ ਸਵਾਰੀ। ਸ੍ਰਿਸ਼ਟੀ ਇਹ ਇਸਤਰੀਲਿੰਗ ਸ਼ਬਦ ਹੈ, ਆਪਣੀ ਤਤਸਮ ਸ਼ਬਦ ਹੈ। ਮੌਲਿਕ ਸਿਹਾਰੀ ਆਪਣੇ ਨਾਲ ਲੈ ਕੇ ਆਇਆ। ਸ੍ਰਿਸ਼ਟੀ ਤੋਂ ਇੱਥੇ ਸ੍ਰਿਸ਼ਟ ਲਫ਼ਜ਼ ਆਇਆ। ਜਦੋਂ ਸੰਸਕ੍ਰਿਤ ਵਿੱਚ ਸ੍ਰਿਸ਼ਟੀ ਲਿਖਿਆ ਜਾਂਦਾ ਹੈ ਉਦੋਂ ਟੈਂਕੇ ਨੂੰ ਮੌਲਿਕ ਸਿਹਾਰੀ ਜਿਹੜੀ ਉੱਥੇ ਤੁਹਾਨੂੰ ਮਿਲ ਜਾਏਗੀ, ਸਿਹਾਰੀ ਲੱਗੀ ਹੁੰਦੀ ਹੈ। ਐਜ਼ ਇਟ ਇਜ਼ ਤਤਸਮ ਸ਼ਬਦ ਜਿਹੜਾ ਗੁਰਬਾਣੀ 'ਚ ਦਰਜ ਹੋ ਗਿਆ, ਸ੍ਰਿਸ਼ਟ, ਟੈਂਕੇ ਨੂੰ ਸਿਹਾਰੀ ਨਾਲ। ਇਸਤਰੀਲਿੰਗ ਹੋਣ ਕਰਕੇ ਉਹਦਾ ਅਨਿਸ਼ਚਿਤ ਸੰਖਿਆਵਾਚੀ ਵਿਸ਼ੇਸ਼ਣ ਸਭ ਵੀ ਭੱਬੇ ਤੋਂ ਔਂਕੜ ਤੋਂ ਬਿਨਾਂ ਆ ਗਿਆ। ਕਿਉਂਕਿ ਇਸਤਰੀਲਿੰਗ ਦੇ ਵਿਸ਼ੇਸ਼ਣ ਜਿਹੜੇ ਨੇ ਉਹ ਆਖਰੀ ਅੱਖਰ ਮੁਕਤਾ ਹੁੰਦੇ ਨੇ। ਇਸ ਕਰਕੇ ਸਭ ਦੇ ਭੱਬੇ ਨੂੰ ਨਾ ਤੇ ਸਿਹਾਰੀ ਲੱਗੀ ਨਾ ਔਂਕੜ। ਇੱਕ ਵਚਨ ਪੁਲਿੰਗ ਵਾਸਤੇ ਸਭ ਦੇ ਭੱਬੇ ਨੂੰ ਔਂਕੜ ਲੱਗਦੀ ਹੈ, ਬਹੁਵਚਨ ਵਾਸਤੇ ਸਭ ਦੇ ਭੱਬੇ ਨੂੰ ਸਿਹਾਰੀ ਲੱਗਦੀ ਹੈ। ਇਸਤਰੀਲਿੰਗ ਦੇ ਵਿਸ਼ੇਸ਼ਣ ਵਾਸਤੇ ਸਭ ਭੱਬਾ ਮੁਕਤਾ ਆਉਂਦਾ ਹੈ। ਸਭ ਸ੍ਰਿਸ਼ਟ ਸਵਾਰੀ, ਜਿਹਨੇ ਅਕਾਲ ਪੁਰਖ ਦੇ ਹੁਕਮ ਵਿੱਚ, ਜਿਸ ਬ੍ਰਹਮਾ ਨੇ ਹੁਕਮ ਵਿੱਚ ਸ੍ਰਿਸ਼ਟੀ ਰਚੀ ਹੈ, ਸਵਾਰੀ ਹੈ, ਸੁੰਦਰ ਬਣਾਈ ਹੈ। ਕਿਉਂਕਿ ਉਹ ਲੋਕ ਮੰਨਦੇ ਸਨ ਕਿ ਬ੍ਰਹਮਾ ਨੇ ਹੀ ਸ੍ਰਿਸ਼ਟੀ ਨੂੰ ਸਵਾਰਿਆ, ਤੇ ਉਹਨਾਂ ਨੇ ਉਦਾਂ ਹੀ ਸਿਫਤ ਕਰ ਦਿੱਤੀ ਵੀ ਜਿਹੜਾ ਬ੍ਰਹਮਾ ਸ੍ਰਿਸ਼ਟੀ ਸਵਾਰਨ ਵਾਲਾ ਹੈ, ਗੁਰੂ ਨਾਨਕ ਸਾਹਿਬ, ਉਹ ਵੀ ਤੁਹਾਡੇ ਗੁਣ ਉਚਾਰ ਰਿਹਾ ਹੈ, ਉਹ ਤੁਹਾਡੇ ਗੁਣ ਗਾ ਰਿਹਾ ਹੈ। ਬ੍ਰਹਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ। ਜਪ ਕਲ ਸੁਜਸ ਨਾਨਕ ਗੁਰ, ਸਹਿਜ ਜੋਗ ਜਿਨ ਮਾਣਿਓ। ਬ੍ਰਹਮੰਡ ਖੰਡ, ਬਹੁਤੇ ਬ੍ਰਹਮੰਡ, ਡੱਡੇ ਨੂੰ ਔਂਕੜ ਨਹੀਂ ਹੈਗੀ, ਬਹੁਤੇ ਬ੍ਰਹਮੰਡ। ਖੰਡ, ਖੰਡ ਦੇ ਡੱਡੇ ਨੂੰ ਔਂਕੜ ਨਹੀਂ, ਬਹੁਤੇ ਬ੍ਰਹਮੰਡਾਂ ਦੇ ਖੰਡਾਂ ਵਿੱਚ ਬਹੁਤ ਸਾਰੇ ਬ੍ਰਹਮੰਡ, ਉਹਨਾਂ ਦੇ ਬਹੁਤ ਸਾਰੇ ਹਿੱਸੇ, ਖੰਡ ਮੈਨੇ ਹਿੱਸੇ। ਪੂਰਨ ਬ੍ਰਹਮ, ਪੂਰਨ ਰੂਪ ਦੇ ਵਿੱਚ ਬ੍ਰਹਮ ਹੀ ਹੈ, ਅਕਾਲ ਪੁਰਖ ਹੀ ਹੈ, ਇੱਕ ਬ੍ਰਹਮ ਹੈ। ਪੂਰਨ ਰੂਪ ਵਿੱਚ ਭਾਵ ਵਿਆਪਕ ਰੂਪ ਦੇ ਵਿੱਚ। ਸੰਬੰਧਕੀ ਲੁਪਤ ਹੋਣ ਕਰਕੇ ਪੂਰਨ ਦੇ ਨੰਨੇ ਨੂੰ ਇੱਥੇ ਔਂਕੜ ਨਹੀਂ ਆਈ। ਪੂਰਨ ਰੂਪ ਵਿੱਚ ਕੌਣ ਹੈਗਾ ਜੀ? ਇੱਕ ਬ੍ਰਹਮ, ਜਿਹੜਾ ਪ੍ਰਭੂ ਅਕਾਲ ਪੁਰਖ ਹੈ। ਇਸ ਕਰਕੇ ਬ੍ਰਹਮ ਦੀ ਔਂਕੜ ਆ ਗਈ ਇੱਥੇ। ਬ੍ਰਹਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ। ਗੁਣ ਦਾ ਇੱਥੇ ਅਰਥ ਹੈ ਸਰਗੁਣ,
ਤੇ ਨਿਰਗੁਣ ਦਾ ਮਤਲਬ ਨਿਰਗੁਣ ਭਾਵ ਨਿਰਗੁਣ ਮੈਨੇ ਜਿਹਦੇ ਵਿੱਚ ਰੂਪ ਰੇਖ ਰੰਗ ਆਕਾਰ ਕੁਝ ਵੀ ਨਹੀਂ ਹੁੰਦਾ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈਗੁਣ ਤੇ ਪ੍ਰਭਿੰਨ। ਤੇ ਸਰਗੁਣ ਦੇ ਵਿੱਚ ਆ ਜਾਂਦਾ ਹੈਗਾ ਜਿਸ ਚ ਤਿੰਨੇ ਮਾਇਆ ਦੇ ਗੁਣ ਹੈਗੇ ਨੇ, ਰਜੋ ਤਮੋ ਸਤੋ, ਜਿਹਦੇ ਨਾਲ ਸਾਰੀ ਸ੍ਰਿਸ਼ਟੀ ਬਣੀ ਹੈ। ਸਮ ਜਾਣਿਓ, ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਦੁਨੀਆ ਵਿੱਚ ਰਵੇ ਹੋਏ ਉਸ ਇੱਕ ਬ੍ਰਹਮ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿੱਚ ਇੱਕੋ ਹੀ ਜਾਣਿਆ ਹੈ। ਤਬ ਉਹੀ ਨਿਰਗੁਣ ਹੈ ਤੇ ਸਾਰੀ ਦੁਨੀਆ 'ਚ ਫੈਲਿਆ ਉਹ ਸਰਗੁਣ ਵੀ ਆਪ ਹੀ ਹੈ, ਆਪ ਹੀ ਫੈਲਿਆ ਹੋਇਆ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਜੋ ਦਿਸੈ ਸੋ ਤੇਰਾ ਰੂਪ, ਜੇਤਾ ਰੂਪ ਕਾਇਆ ਤੇਰੀ, ਜਿਨਾ ਸੰਸਾਰ ਹੈ ਤੇਰਾ ਹੀ ਸਰੀਰ ਹੈ। ਸਹਿਜ ਤਬ ਨੈਣ, ਨਨ ਨੈਣ ਹੈ ਤੁਹੇ ਕੋ, ਭਾਵ ਰੱਬ ਵੱਖਰਾ ਕੋਈ ਰੂਪ ਲੈ ਕੇ ਨਹੀਂ ਬੈਠਾ, ਉਹਦੇ ਵੱਖਰਾ ਮੂੰਹ, ਵੱਖਰਾ ਨੱਕ, ਕੰਨ ਆਦਿਕ ਨਹੀਂ। ਸਾਰੇ ਜੀਵਾਂ ਦੇ ਚਿਹਰੇ ਉਸ ਰੱਬ ਦੇ ਚਿਹਰੇ ਨੇ, ਸਾਰੇ ਜੀਵਾਂ ਦੀਆਂ ਅੱਖਾਂ ਰੱਬ ਦੀਆਂ ਅੱਖਾਂ ਨੇ, ਸਾਰੇ ਜੀਵਾਂ ਦੇ ਕੰਨ ਨੱਕ ਰੱਬ ਦੇ ਕੰਨ ਨੱਕ ਨੇ, ਸਾਰੇ ਜੀਵਾਂ ਦੇ ਪੈਰ ਰੱਬ ਦੇ ਪੈਰ ਨੇ। ਉਹਦਾ ਵੱਖਰਾ ਕੋਈ ਚਿਹਰਾ ਨਹੀਂ ਹੈ, ਵੱਖਰੇ ਪੈਰ ਨਹੀਂ ਹੈਗੇ। ਸਹਿਜ ਤਵ ਨੈਣ, ਹਜ਼ਾਰਾਂ ਤੇਰੇ ਨੈਣ ਨੇ, ਹਜ਼ਾਰਾਂ ਤੇਰੀਆਂ ਅੱਖਾਂ ਨੇ। ਨਨ ਨੈਣ ਹੈ ਤੁਹੇ ਕੋ, ਪਰ ਤੇਰੀ ਵਿਸ਼ੇਸ਼ ਅੱਖ ਕੋਈ ਨਹੀਂ ਹੈ। ਸਹਿਸ ਮੂਰਤ, ਹਜ਼ਾਰਾਂ ਚਿਹਰੇ ਤੇਰੇ ਨੇ, ਨਨਾ ਇੱਕ ਤੋਂ ਹੀ, ਪਰ ਤੇਰਾ ਆਪਣਾ ਵਿਸ਼ੇਸ਼ ਚਿਹਰਾ ਕੋਈ ਨਹੀਂ ਹੈ। ਸਹਿਸ ਤਵ ਗੰਧ, ਸਹਿਸ ਪਦ ਵਿਮਲ, ਜਿੰਨੇ ਵੀ ਜੀਵਾਂ ਦੇ ਚਿਹਰੇ ਨੇ, ਸਾਰੇ ਜਿੰਨੇ ਵੀ ਜੀਵਾਂ ਦੇ ਪੈਰ ਨੇ, ਤੇਰੇ ਪਵਿੱਤਰ ਚਰਨ ਨੇ, ਔਰ ਤੇਰਾ ਆਪਣਾ ਵੱਖਰਾ ਵਿਸ਼ੇਸ਼ ਪੈਰ ਕੋਈ ਨਹੀਂ ਹੈ। ਸਹਿਸ ਤਵ ਨੈਣ, ਨੈਣ ਹੈ ਤੁਹੇ ਕੋ, ਸਹਿਸ ਮੂਰਤ, ਨਨਾ ਇੱਕ ਤੋਂ ਹੀ, ਸਹਸ ਪਦ ਵਿਮਲ, ਨਨ ਏਕ ਪਦ, ਗੰਧ ਬਿਨ, ਸਹਿਸ ਤਵ ਗੰਧ ਇਹ ਚਲਤ ਮੋਹੀ। ਹਜ਼ਾਰਾਂ ਨੱਕਾਂ ਤੇਰੀਆਂ ਨੱਕਾਂ ਨੇ, ਪਰ ਤੇਰੀ ਵਿਸ਼ੇਸ਼ ਨੱਕ ਨਹੀਂ ਹੈ। ਇੱਥੇ ਕਈ ਕਹਿੰਦੇ ਨੇ ਦੇਖੋ ਜੀ, ਗੁਰਬਾਣੀ ਨੇ ਤੇ ਰੱਬ ਦਾ ਰੂਪ ਦੱਸਿਆ ਹੋਇਆ ਹੈ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਨਮੜੇ ਵਾਲਾ। ਹਾਂ, ਉੱਥੇ ਵੀ ਸਰਗੁਣ ਰੂਪ ਬਹੁਵਚਨ ਰੂਪ ਚ ਵਰਤਿਆ ਹੋਇਆ ਹੈ। ਤੇਰੇ ਬੰਕੇ ਲੋਇਣ, ਜਿੰਨੀਆਂ ਤੇਰੀਆਂ ਜੀਵਾਂ ਦੀਆਂ ਅੱਖਾਂ ਨੇ, ਤੇਰੇ ਸੋਹਣੀਆਂ ਅੱਖਾਂ ਨੇ। ਦੰਤ ਰਸਾਲਾ, ਜੀਵਾਂ ਦੇ ਸੋਹਣੇ ਦੰਦ ਵੀ ਤੇਰੇ ਦੰਦ ਨੇ। ਸੋਹਣੇ ਨੱਕ, ਹੁਣ ਇੱਕ ਬੰਦੇ ਦਾ ਨੱਕ ਇੱਕੋ ਹੀ ਹੋਏਗਾ, ਦੋ ਤੇ ਨਹੀਂ ਹੋਣਗੇ ਨਾ। ਤੇ ਜੇ ਇੱਕ ਨੱਕ ਹੈ ਫਿਰ ਸੋਹਣਾ ਆਣਾ ਸੀਗਾ, ਪਰ ਫਿਰ ਸੋਹਣਾ ਨਹੀਂ ਆਇਆ, ਸੋਹਣੇ ਆ ਬਹੁਤੇ ਨੱਕਾਂ ਦੀ ਗੱਲ ਚੱਲ ਰਹੀ ਹੈ। ਜੇ ਨੱਕ ਇੱਕ ਹੁੰਦਾ ਤੇ ਨੱਕ ਦੇ ਕੱਕੇ ਨੂੰ ਔਂਕੜ ਆਣੀ ਸੀ, ਪਰ ਉੱਥੇ ਨੱਕ ਦੇ ਕੱਕੇ ਨੂੰ ਔਂਕੜ ਨਹੀਂ ਹੈਗੀ, ਤਾਂ ਬਹੁਤੇ ਨੱਕਾਂ ਦੀ ਗੱਲ ਚੱਲ ਰਹੀ ਹੈ। ਜਿਹੜੇ ਬਹੁਤੇ ਨੱਕ ਨੇ ਉਹ ਵੀ ਸੋਹਣੇ ਨੇ, ਤਾਂ ਜਿੰਨੇ ਜੀਵਾਂ ਦੇ ਸੋਹਣੇ ਨੱਕ ਨੇ ਪ੍ਰਭੂ ਤੇਰੇ ਸੋਹਣੇ ਨੱਕ ਨੇ, ਸੋਹਣੇ ਨੱਕ ਜਿਨ ਨੰਬੜੇ ਵਾਲਾ। ਇੱਥੇ ਵੀ ਸਰਗੁਣ ਦੇ ਵਿੱਚ ਉਹ ਆਪ ਹੀ ਫੈਲਿਆ ਹੋਇਆ। ਜਿਸ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਵੀ ਪ੍ਰਮਾਤਮਾ ਵੱਖਰਾ ਹੈ ਤੇ ਅਸੀਂ ਆਤਮਾਵਾਂ ਵੱਖਰੀਆਂ ਵਾਂ, ਨਹੀਂ, ਉਹਨਾਂ ਨੇ ਕਹਿ ਦਿੱਤਾ ਉਹ ਨਿਰਗੁਣ ਹੀ ਸਰਗੁਣ ਦੇ ਵਿੱਚ ਫੈਲਿਆ ਹੋਇਆ ਹੈ। ਅਸੀਂ ਹੀ ਉਸ ਪ੍ਰਭੂ ਦਾ ਰੂਪ ਹੈਗੇ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਣ ਨਿਰਗੁਣ ਸਮ ਜਾਣਿਓ, ਇਹ ਭੱਟਾਂ ਵਾਸਤੇ ਨਵੀਂ ਗੱਲ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿੱਚ ਇੱਕੋ ਜਿਹਾ ਪਛਾਣਿਆ ਹੈ। ਜਪ ਕਲ ਸੁਜਸ ਨਾਨਕ ਗੁਰ, ਸਹਿਜ ਜੋਗ ਜਿਨ ਮਾਣਿਓ। ਕੱਲ ਦੇ ਲੱਲੇ ਨੂੰ ਔਂਕੜ ਨਹੀਂ ਆਈ, ਭਾਵ ਹੈ ਕੱਲ ਤੂੰ ਕੀ ਕਰ, ਜਪ, ਤੂੰ ਜਪ। ਜਦੋਂ ਕਿਰਿਆ ਦੇ ਆਖਰੀ ਅੱਖਰ ਨੂੰ ਔਂਕੜ ਆ ਜਾਂਦੀ ਹੈ ਆਮ ਤੌਰ ਤੇ, ਜਦੋਂ ਵਰਤਮਾਨ ਕਾਲ ਹੋਵੇ ਫਿਰ ਮੱਧਮ ਪੁਰਖ ਇੱਕ ਵਚਨ ਨੂੰ ਸੰਬੋਧਨ ਹੁੰਦਾ ਵੈ, ਆਗਿਆ ਜਾਂ ਬੇਨਤੀ ਜਾਂ ਹੁਕਮ। ਇਹਨੂੰ ਕਹਿੰਦੇ ਹੁਕਮੀ ਹੁਕਮੀ ਵਿੱਚ ਕਹਿਣਾ ਵੀ ਤੂੰ ਜਪ, ਤੂੰ ਸਰ, ਤੂੰ ਗਾ, ਤੂੰ ਆਰਾਧ। ਇਸ ਕਰਕੇ ਉੱਥੇ ਆਖਰੀ ਅੱਖਰ ਨੂੰ ਕਿਰਿਆ ਦੇ ਔਂਕੜ ਆ ਜਾਂਦੀ, ਜਪ ਮੈਨੇ ਤੂੰ ਜਪ। ਹੇ ਕੱਲ, ਕੱਲ ਸੰਬੋਧਨ ਆ ਗਿਆ ਤਾਂ ਕਰਕੇ ਔਂਕੜ ਕੱਟੀ ਗਈ। ਹੇ ਕੱਲ ਸਹਾਰ ਤੂੰ ਜਪ, ਕਿਹਨੂੰ ਜਪ ਜੀ? ਸੁਜਸ ਨਾਨਕ ਗੁਰ, ਗੁਰੂ ਨਾਨਕ ਦੇ ਸੋਹਣਾ ਜਸ ਜਿਹੜਾ ਹੈਗਾ ਉਹਨੂੰ, ਗੁਰੂ ਨਾਨਕ ਨੂੰ ਤੂੰ ਜਪ, ਜਿਹਦਾ ਜਸ ਬਹੁਤ ਸੋਹਣਾ ਹੈ। ਸਹਿਜ ਜੋਗ ਜਿਨ ਮਾਣਿਓ, ਜਿਹਨੇ ਅਡੋਲਤਾ ਸ਼ਾਂਤ ਅਵਸਥਾ ਵਾਲਾ ਜੋਗ ਮੈਨੇ ਮਿਲਾਪ। ਇੱਥੇ ਇੱਕ ਮਿਲਾਪ ਦੀ ਗੱਲ ਹੈ, ਇੱਕ ਸਹਿਜ ਦੀ ਗੱਲ ਹੈ। ਉਹ ਵਾਲਾ ਮਿਲਾਪ ਜਿਹੜਾ ਸਹਿਜ ਅਡੋਲਤਾ ਵਾਲਾ ਹੈ, ਜਿਨ ਮਾਣਿਓ, ਜਿਸ ਗੁਰੂ ਨਾਨਕ ਪਾਤਸ਼ਾਹ ਨੇ ਉਸ ਅਡੋਲ ਅਵਸਥਾ ਵਾਲੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈਗਾ। 10ਵਾਂ ਤੇ ਆਖਰੀ ਸਵਈਆ ਭੱਟ ਕਲ ਸਹਾਰ ਦੀ ਜ਼ੁਬਾਨ ਤੋਂ। ਗੁਣ ਗਾਵੇਂ ਨਵਨਾਥ ਧਨ ਗੁਰ ਸਾਚ ਸਮਾਇਓ, ਮਾਂ ਧਾਤਾ ਗੁਣ ਰਵੈ ਜਿਨ ਚੱਕਰ ਵੈ ਕਹਾਇਓ। ਗੁਣ ਗਾਵੇ ਬਲਰਾਉ ਸਪਤ ਪਾਤਾਲ ਬਸੰਤੋ, ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ। ਦੂਰ ਬਾਹ ਪੁਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ
ਘਟ ਘਟ ਸਹਿਜ ਸਮਾਇਓ। ਗੁਣ ਗਾਵੇਂ, ਬਹੁਤੇ ਗੁਣਾਂ ਨੂੰ ਬਹੁਤੇ ਗਾ ਰਹੇ ਨੇ। ਕੌਣ ਗਾ ਰਹੇ ਨੇ ਬਹੁਤੇ? ਨਵਨਾਥ, ਜਿਹੜੇ 9 ਨਾਥ ਨੇ। ਨਾਥ ਬਹੁਤੇ ਨੇ, ਇਸ ਕਰਕੇ ਥੱਥੇ ਦੀ ਔਂਕੜ ਹਟ ਗਈ। ਕਿੰਨੇ ਨੇ ਜੀ? 9 ਨੇ। ਇਸ ਕਰਕੇ 9 ਨਾਥ ਗੁਰੂ ਨਾਨਕ ਦੇ ਗੁਣਾਂ ਨੂੰ ਗਾਉਂਦੇ ਹਨ। ਕਿਵੇਂ ਗਾਉਂਦੇ ਹਨ? ਧੰਨ ਗੁਰ ਸਾਚ ਸਮਾਇਓ। ਇਹ ਗੁਰੂ ਨਾਨਕ ਪਾਤਸ਼ਾਹ ਤੁਸੀਂ ਧੰਨ ਹੋ। ਇੱਥੇ ਇੱਕ ਗੁਰੂ ਦੀ ਗੱਲ ਹੈਗੀ, ਰਾਰੇ ਨੂੰ ਔਂਕੜ ਭਾਵ ਗੁਰੂ ਨਾਨਕ ਸਾਹਿਬ ਦੀ ਗੱਲ ਹੈ। ਸਾਚ ਸਮਾਇਓ, ਸਾਚ ਦੇ ਚੱਚੇ ਨੂੰ ਸਿਹਾਰੀ ਆ ਗਈ। ਸੱਚ ਵਿੱਚ, ਤੁਸੀਂ ਸੱਚ ਵਿੱਚ ਸਮਾਏ ਹੋਏ ਹੋ। ਜੋ ਸੱਚ ਵਿੱਚ ਸਮਾਏ ਹੋਏ ਹੋ। ਮਾਂ ਦਾਤਾ ਗੁਣ ਰਵੈ, ਜਿਹੜਾ ਮਾਨ ਦਾਤਾ ਹੈਗਾ ਹੈ ਉਹ ਵੀ ਗੁਣਾਂ ਨੂੰ ਰਵੈ, ਮੈਨੇ ਰਵਦਾ ਹੈ। ਤੇ ਇਹ ਜਿਹੜਾ ਸੀਗਾ ਸੂਰਜਵੰਸ਼ੀ ਕੁਲ ਦਾ ਇੱਕ ਰਾਜਾ ਸੀ, ਉਹ ਵੀ ਗੁਣ ਗਾਉਂਦਾ ਹੈ, ਗੁਣਾਂ ਨੂੰ ਗਾਉਂਦਾ ਹੈ। ਗੁਣ ਬਹੁਤੇ ਨੇ, ਰਵੈ ਮੈਨੇ ਗਾਉਂਦਾ ਹੈ। ਇੱਕ ਜਿਹੜਾ ਮਾਨਦਾਤਾ ਜਿਹੜਾ ਹੈ ਉਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਗੁਣਾਂ ਨੂੰ ਗਾਉਂਦਾ ਹੈ। ਇਹ ਕਿਹੜਾ ਮਾਨਦਾਤਾ ਜੀ ਦੀ ਗੱਲ ਚੱਲ ਰਹੀ ਹੈ? ਜੇਨ ਚੱਕਰਵੈ ਕਹਾਇਓ, ਜਿਸ ਨੇ ਆਪਣੇ ਆਪ ਨੂੰ ਚੱਕਰਵਰਤੀ ਕਹਾਇਆ ਕਿ ਮੈਂ ਹੀ ਇਸ ਪੂਰੇ ਇਲਾਕੇ ਦਾ ਮਾਲਕ ਹੈਗਾ। ਚੱਕਰਵਰਤੀ ਰਾਜਾ ਖਵਾਰਾ। ਗੁਣ ਗਾਵੇ ਬਲ ਰਾਓ, ਰਾਜਾ ਬਲ ਜਿਹੜਾ ਹੈ ਉਹ ਵੀ ਗੁਣ ਗਾਉਂਦਾ ਹੈ, ਗੁਣਾਂ ਨੂੰ ਗਾਉਂਦਾ ਹੈ। ਬਹੁਤੇ ਗੁਣ ਨੇ, ਗਾ ਰਿਹਾ ਹੈ ਰਾਜਾ ਬਲ। ਸਪਤ ਪਾਤਾਲ ਬਸੰਤੋ, ਸਪਤ ਮੈਨੇ ਸੱਤ, ਸੱਤਵੇਂ ਪਾਤਾਲ। ਇੱਥੇ ਫਿਰ ਲੱਲੇ ਨੂੰ ਸਿਹਾਰੀ ਆ ਗਈ। ਪਤਾਲ ਵਿੱਚ ਬਸੰਤੋ, ਜਿਹੜਾ 7ਵੇਂ ਪਤਾਲ ਵਿੱਚ ਵਸਦਾ ਮੰਨਿਆ ਹੋਇਆ ਹੈ, ਉਹ ਵੀ ਤੇ ਗੁਣ ਗਾ ਰਿਹਾ ਹੈ। ਭਾਵ ਇਹ ਗੁਰੂ ਨਾਨਕ ਪਾਤਸ਼ਾਹ ਜਿਹਨੂੰ ਅਸੀਂ ਕਹਿੰਦੇ ਹਾਂ 7ਵੇਂ ਪਤਾਲ 'ਚ ਬਲ ਰਾਜਾ ਬੈਠਾ ਹੋਇਆ, ਉਹ ਤੇਰੀ ਹੀ ਸਿਫਤ ਗਾ ਰਿਹਾ ਹੈ, ਕਿਉਂਕਿ ਤੂੰ ਹੀ ਤੇ 52 ਅਵਤਾਰ ਹੈ ਸਾਡੇ ਲਈ, ਤੇ ਬਲ ਰਾਜਾ ਵੀ ਤੇਰੀ ਸਿਫਤ ਗਾ ਰਿਹਾ ਹੈ। ਭਰਥਰ ਗੁਣ ਉਚਰੈ, ਇੱਥੇ ਭਰਥਰੀ ਦਾ ਜ਼ਿਕਰ ਹੈ, ਕਿਉਂਕਿ ਭਰਥਰੀ ਮੌਲਿਕ ਸ਼ਬਦ ਜਿਹੜਾ ਉਹ ਰਾਰੇ ਦੀ ਸਿਹਾਰੀ ਵਾਲਾ ਨਾਲ ਆ ਗਿਆ, ਰਾਰੇ ਨੂੰ ਸਿਹਾਰੀ ਲੱਗ ਗਈ। ਭਰਥਰ ਗੁਣ ਉਚਰੈ, ਭਰਥਰੀ ਵੀ ਜਿਹੜਾ ਹੈ ਗੁਣਾਂ ਨੂੰ ਉਚਾਰਦਾ ਹੈ। ਗੁਣ ਬਹੁਤੇ ਨੇ, ਉਚਰੈ ਇੱਕ ਵਚਨ ਹੈ। ਰਾਜਾ ਭਰਥਰੀ ਵੀ ਜਿਹੜਾ ਬਾਅਦ ਚ ਫਕੀਰ ਜੋਗੀ ਬਣ ਗਿਆ ਸੀ, ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਉਚਾਰਦਾ ਹੈ। ਸਦਾ ਗੁਰ ਸੰਗ ਰਹਿਣ ਤੋਂ, ਜਿਹੜਾ ਹਮੇਸ਼ਾ ਹੀ ਗੁਰ ਸੰਗ, ਸੰਗ ਸੰਬੰਧਕ ਆ ਗਿਆ। ਉਸ ਤੋਂ ਪਹਿਲਾਂ ਗੁਰ ਰਾਰੇ ਦੀ ਔਂਕੜ ਕੱਟੀ ਗਈ। ਸੰਗ ਨੇ ਗੁਰੂ ਦੀ ਰਾਰੀ ਦੀ ਔਂਕੜ ਖਤਮ ਕਰ ਦਿੱਤੀ। ਗੁਰ ਸੰਗ ਰਹਿਣ ਤੋਂ, ਜਿਹੜਾ ਆਪਣੇ ਗੁਰੂ ਦੇ ਨਾਲ ਰਹਿੰਦਾ ਹੈ। ਦੂਰਬਾ ਪਰੂਰੋ ਅੰਗਰੈ, ਗੁਰੂ ਨਾਨਕ ਜਸ ਗਾਇਓ। ਭਾਵੇਂ ਦੂਰਬਾ ਰਿਸ਼ੀ ਹੈ, ਦਰਵਾਸ਼ਾ ਰਿਸ਼ੀ ਨੂੰ ਕਿਹਾ ਦੂਰਬਾ। ਪਰੂਰੋ ਮੈਨੇ ਰਾਜਾ ਪੁਰੂ। ਅੰਗਰੈ ਵੀ ਇੱਕ ਪ੍ਰਸਿੱਧ ਰਿਸ਼ੀ ਹੋਇਆ। ਗੁਰੂ ਨਾਨਕ ਜਸ ਭਾਵ ਗੁਰੂ ਨਾਨਕ ਦਾ ਜਸ, ਦਾ ਲੁਪਤ ਸੰਬੰਧ ਕਣ ਕਰਕੇ ਨਾਨਕ ਦੀ ਔਂਕੜ ਕੱਟੀ ਗਈ। ਅੱਗੋਂ ਵਿਸ਼ੇਸ਼ਣ ਦੀ ਔਂਕੜ ਵੀ ਕੱਟੀ ਗਈ। ਗੁਰੂ ਦਾ, ਨਾਨਕ ਦਾ ਭਾਵ ਗੁਰੂ ਨਾਨਕ ਸਾਹਿਬ ਦਾ ਜਸ ਗਾਇਓ। ਦੂਰਬਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਵੀ ਗੁਰੂ ਨਾਨਕ ਦਾ ਜਸ ਗਾਇਆ ਹੈ। ਕਬ ਕਲ ਸੁਜਸ ਨਾਨਕ ਗੁਰ, ਕਵੀ ਕਲ ਹੈ ਕਲ ਸਹਾਰ ਕਵੀ। ਕਵ ਵਾਵੇ ਦੀ ਸਿਹਾਰੀ ਜਿਹੜੀ ਬੱਬੇ ਦੀ ਮੌਲਿਕ ਹੈਗੀ ਹੈ ਕਵੀ ਦੀ। ਕੱਲ ਦੇ ਲੱਲੇ ਨੂੰ ਤਾਂ ਔਂਕੜਨੀ ਆਈ, ਭਾਵ ਹੈ ਕਲ ਸਹਾਰ ਕਵੀ। ਸੁਜਸ ਨਾਨਕ ਗੁਰ, ਭਾਵ ਗੁਰੂ ਨਾਨਕ ਦਾ ਜਸ, ਸੋਹਣਾ ਜਸ। ਸੁਜਸ ਮੈਨੇ ਸੋਹਣਾ ਜਸ। ਨਾਨਕ ਗੁਰ ਭਾਵ ਨਾਨਕ ਦਾ, ਗੁਰੂ ਦਾ, ਗੁਰੂ ਨਾਨਕ ਦਾ। ਇਸ ਕਰਕੇ ਦਾ ਲੁਪਤ ਸੰਬੰਧਨ ਹੋਣ ਕਰਕੇ ਨਾਨਕ ਤੇ ਗੁਰ ਦੇ ਰਾਰੇ ਦੀ ਆਖਰੀ ਅੱਖਰ ਦੀ ਔਂਕੜ ਨਹੀਂ ਆਈ। ਘਟ ਘਟ ਸਹਿਜ ਸਮਾਇਓ, ਘਟ ਘਟ ਮੈਨੇ ਹਿਰਦੇ ਵਿੱਚ, ਹਰ ਹਿਰਦੇ ਦੇ ਵਿੱਚ, ਹਰੇਕ ਹਿਰਦੇ ਵਿੱਚ। ਸਹਿਜ ਨਾਲ, ਸੁਤੇ ਹੀ, ਸੁਭਾਵਕ ਹੀ ਸਮਾਇਓ, ਭਾਵ ਗੁਰੂ ਨਾਨਕ ਸਾਹਿਬ ਦਾ ਸੋਹਣਾ ਜਸ ਸੁਤੇ ਹੀ ਹਰ ਇੱਕ ਪ੍ਰਾਣੀ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ। ਇਹ ਭੱਟ ਕਲ ਸਹਾਰ ਦੇ 10 ਸਵਈਏ ਜਿਹੜੇ ਉਚਾਰੇ ਹੋਏ ਨੇ ਇੱਥੇ ਸੰਪੂਰਨ ਹਨ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸਿਫਤ ਦੇ ਉਚਾਰੇ ਹੋਏ ਸਵਈਏ ਜਿਹੜੇ ਨੇ ਉਹ ਅੱਗੋਂ ਹੁਣ ਸਿਫਤ ਜਿਹੜੇ ਨੇ ਪੱਟ ਸੇਵਨ ਕਰਨਗੇ। ਧੰਨਵਾਦ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।